ਸਿੱਖ ਕੌਮ ਦਾ ਇਤਿਹਾਸ ਜਿੱਥੇ ਸ਼ਹਾਦਤਾਂ, ਸਾਕਿਆਂ, ਕਤਲੇਆਮਾਂ ਔਰ ਘੱਲੂਘਾਰਿਆਂ ਦੇ ਨਾਲ ਭਰਿਆ ਪਿਆ ਹੈ, ਉੱਥੇ ਨਾਲ ਹੀ ਸਿੱਖਾਂ ਦੇ ਨਾਲ ਹੋਏ ਵਿਸਾਖਘਾਤਾਂ ਦੀ ਦਾਸਤਾਨ ਵੀ ਬਹੁਤ ਲੰਬੀ ਹੈ। ਜੇਕਰ ਅਸੀਂ 1947 ਤੋਂ ਬਾਅਦ ਦੀ ਗੱਲ ਕਰੀਏ ਤਾਂ ਜਿਸ ਦੇਸ਼ ਦੀ ਆਜ਼ਾਦੀ ਦੇ ਵਾਸਤੇ ਸਿੱਖਾਂ ਨੇ ਪਾਣੀ ਵਾਂਗ ਆਪਣਾ ਖੂਨ ਡੋਲਿਆ, ਉਸ ਦੇਸ਼ ਦੇ ਵਿੱਚ ਵੀ ਸਿੱਖ ਬਰਾਬਰ ਦੇ ਸ਼ਹਿਰੀ ਬਣ ਕੇ ਆਜ਼ਾਦੀ ਦਾ ਆਨੰਦ ਨਾ ਮਾਣ ਸਕੇ। ਦੇਸ਼ ਦੀ ਸੂਬਿਆਂ ਦੀ ਵੰਡ ਹੋਈ ਬੋਲੀ ਦੇ ਉੱਪਰ, ਪਰੰਤੂ ਪੰਜਾਬੀ ਮਾਂ ਬੋਲੀ ਦਾ ਸੂਬਾ ਲੈਣ ਦੇ ਵਾਸਤੇ ਕੇਵਲ ਤੇ ਕੇਵਲ ਸਿੱਖਾਂ ਨੂੰ ਸੰਘਰਸ਼ ਕਰਨਾ ਪਿਆ, ਤੇ ਉਹ ਵੀ ਐਸਾ ਸੂਬਾ ਦਿੱਤਾ ਗਿਆ ਜਿਸ ਦੇ ਵਿੱਚੋਂ ਪੰਜਾਬੀ ਬੋਲਦੇ ਇਲਾਕੇ ਬਾਹਰ ਰੱਖ ਲਏ ਗਏ। ਇੱਥੋਂ ਤੱਕ ਕਿ ਪੰਜਾਬ ਨੂੰ ਇੱਕ ਵੱਖਰੀ ਰਾਜਧਾਨੀ ਵੀ ਨਾ ਮਿਲ ਸਕੀ। ਉਸ ਤੋਂ ਬਾਅਦ ਜਿੰਨੇ ਵੀ ਸਿੱਖ ਵਿਰੋਧੀ ਦੇਹਧਾਰੀ ਗੁਰੂਡਮ ਦੇ ਡੇਰਿਆਂ ਦਾ ਫੈਲਾਅ ਹੋਇਆ, ਸਰਕਾਰ ਦੇ ਵੱਲੋਂ ਪੂਰੀ ਤਰ੍ਹਾਂ ਦੇ ਨਾਲ ਉਹਨਾਂ ਨੂੰ ਸ਼ਹਿ ਦਿੱਤੀ ਗਈ। 1978 ਦੇ ਵਿੱਚ ਨਿਰੰਕਾਰੀ ਕਾਂਡ ਵਾਪਰਿਆ। ਭਾਈ ਸਾਹਿਬ ਭਾਈ ਫੌਜਾ ਸਿੰਘ ਦੀ ਅਗਵਾਈ ਦੇ ਵਿੱਚ ਸ਼ਾਂਤਮਈ ਢੰਗ ਦੇ ਨਾਲ ਰੋਕਣ ਵਾਸਤੇ ਗਏ 13 ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ, ਪਰ ਇਹਨਾਂ ਸ਼ਹਾਦਤਾਂ ਦਾ ਇਨਸਾਫ ਵੀ ਨਾ ਮਿਲਿਆ। ਅਨੰਦਪੁਰ ਸਾਹਿਬ ਦਾ ਮਤਾ ਕੇਵਲ ਸਿੱਖਾਂ ਦੀ ਹੀ ਨਹੀਂ ਬਲਕਿ ਸਾਰੀਆਂ ਪੰਜਾਬੀਆਂ ਦੇ ਹੱਕਾਂ ਦੀ ਨੁਮਾਇੰਦਗੀ ਕਰਦਾ ਸੀ, ਪਰ ਉਸ ਦੀ ਕਿਸੇ ਵੀ ਮੱਦ ਨੂੰ ਸਰਕਾਰ ਨੇ ਪ੍ਰਵਾਨ ਨਾ ਕੀਤਾ। ਇੱਥੋਂ ਤੱਕ ਕਿ ਜੇਕਰ 1982 ਦੇ ਵਿੱਚ ਭਾਰਤ ਦੇ ਵਿੱਚ ਏਸ਼ੀਅਨ ਖੇਡਾਂ ਹੋਈਆਂ ਤਾਂ ਸਿੱਖ ਲੀਡਰਸ਼ਿਪ ਨੇ ਸੋਚਿਆ ਕਿ ਅੰਤਰਰਾਸ਼ਟਰੀ ਮੀਡੀਆ ਦੇ ਸਾਹਮਣੇ ਆਪਣੀਆਂ ਹੱਕੀ ਮੰਗਾਂ ਦਾ ਰੋਸ ਪ੍ਰਗਟ ਕੀਤਾ ਜਾ ਸਕੇ, ਪਰ ਇਸ ਦੀ ਵੀ ਭਾਰਤੀ ਹਕੂਮਤ ਵੱਲੋਂ ਇਜਾਜ਼ਤ ਨਾ ਮਿਲੀ। ਹੌਲੀ ਹੌਲੀ ਇਹ ਘਟਨਾਕ੍ਰਮ ਐਸੇ ਵੱਧਦੇ ਗਏ ਕਿ ਬੇਕਸੂਰ ਸਿੱਖਾਂ ਨੂੰ ਜੇਲ੍ਹਾਂ ਦੇ ਵਿੱਚ, ਥਾਣਿਆਂ ਦੇ ਵਿੱਚ ਪਰੇਸ਼ਾਨ ਕੀਤਾ ਜਾਣ ਲੱਗਾ, ਜਲੀਲ ਕੀਤਾ ਜਾਣ ਲੱਗਾ। ਧਰਮ ਯੁੱਧ ਮੋਰਚਾ ਲੱਗ ਗਿਆ। ਸਿੱਖ ਕੌਮ ਨੇ ਆਪਣੇ ਆਗੂਆਂ ਦੇ ਕਹਿਣ ਦੇ ਉੱਪਰ ਸ਼ਾਂਤਮਈ ਢੰਗ ਦੇ ਨਾਲ ਇਸ ਧਰਮ ਯੁੱਧ ਮੋਰਚੇ ਵਿੱਚ ਹਿੱਸਾ ਲੈ ਕੇ ਜੇਲ੍ਹਾਂ ਭਰ ਕੇ ਸਰਕਾਰ ਦੇ ਨੱਕ ਦੇ ਵਿੱਚ ਦਮ ਕਰ ਦਿੱਤਾ। ਤੇ ਇਸ ਤੋਂ ਬਾਅਦ ਸਿੱਖਾਂ ਦੀ ਲੀਡਰਸ਼ਿਪ ਨੇ ਸੋਚਿਆ ਕਿ ਸਰਕਾਰ ਦੇ ਨਾਲ ਨਾ ਮਿਲ ਵਰਤਨ ਦੀ ਲਹਿਰ ਨੂੰ ਵੀ ਚਲਾਇਆ ਜਾਵੇ। ਅਜੇ ਇਸ ਦੀ ਰੂਪਰੇਖਾ ਤਿਆਰ ਹੋਣੀ ਸੀ ਕਿ ਹਰਿਮੰਦਰ ਸਾਹਿਬ ਦਾ ਆਲਾ ਦੁਆਲਾ ਨੀਮ ਫੌਜੀ ਦਸਤਿਆਂ ਦੇ ਵੱਲੋਂ ਘੇਰ ਲਿਆ ਗਿਆ। ਤਕਰੀਬਨ ਫਰਵਰੀ, ਮਾਰਚ, ਅਪ੍ਰੈਲ, ਮਈ 1984 ਦੇ ਇਹ ਜਿਹੜੇ ਮਹੀਨੇ ਨੇ, ਇਹਨਾਂ ਸਮਿਆਂ ਦੇ ਵਿੱਚ ਦਰਬਾਰ ਸਾਹਿਬ ਪਰਿਸਰ ਦੇ ਆਲੇ ਦੁਆਲੇ ਦੀਆਂ ਉੱਚੀਆਂ ਲੋਕਾਂ ਦੀਆਂ ਨਿੱਜੀ ਇਮਾਰਤਾਂ ਦੇ ਉੱਪਰ CRPF ਵੱਲੋਂ ਤੇ BSF ਦੇ ਵੱਲੋਂ ਮੋਰਚੇ ਸਥਾਪਿਤ ਕੀਤੇ ਜਾਣ ਲੱਗੇ। ਕਈ ਵਾਰ ਇੱਕਾ ਦੁੱਕਾ ਫਾਇਰਿੰਗ ਵੀ ਕੀਤੀ ਗਈ ਹਰਿਮੰਦਰ ਸਾਹਿਬ ਵੱਲ ਨੂੰ, ਤੇ ਅੰਦਰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਅਗਵਾਈ ਵਿੱਚ ਵਿਚਰਨ ਵਾਲੇ ਜੁਝਾਰੂ ਸਿੰਘਾਂ ਨੂੰ ਉਕਸਾਇਆ ਵੀ ਗਿਆ, ਪਰ ਨੀਤੀਵਾਨ ਜਨਰਲ ਸ਼ਬੇਗ ਸਿੰਘ ਦੀਆਂ ਹਦਾਇਤਾਂ ਦੇ ਉੱਪਰ ਅਮਲ ਕਰਦਿਆਂ ਅੰਦਰੋਂ ਸਿੱਖਾਂ ਨੇ ਕਦੀ ਵੀ ਇਸ ਭੜਕਾਹਟ ਪੈਦਾ ਕਰਨ ਵਾਲੀ ਗੋਲੀਬਾਰੀ ਦਾ ਜਵਾਬ ਨਾ ਦਿੱਤਾ। ਹੁਣ ਅਸੀਂ 1 ਜੂਨ ਦੇ ਘਟਨਾਕ੍ਰਮ ਦੀ ਗੱਲ ਕਰੀਏ। ਸਵੇਰੇ 9 ਵਜੇ ਦੇ ਕਰੀਬ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਲੰਗਰ ਹਾਲ ਦੀ ਛੱਤ ਦੇ ਉੱਪਰ ਸੰਗਤਾਂ ਦੇ ਨਾਲ, ਸਿੰਘਾਂ ਦੇ ਨਾਲ ਤੇ ਆਏ ਹੋਏ ਹੋਰ ਨੇੜਲੇ ਸੱਜਣਾਂ ਦੇ ਨਾਲ
ਵਿਚਾਰ ਵਟਾਂਦਰਾ ਕਰ ਰਹੇ ਸਨ ਤੇ ਪਤਾ ਲੱਗਾ ਕਿ CRPF ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਮੁਲਾਜ਼ਮਾਂ ਦੇ ਨਾਲ ਬਿਨਾਂ ਕਿਸੇ ਗੱਲ ਤੋਂ, ਬਿਨਾਂ ਕਿਸੇ ਭੜਕਾਹਟ ਤੋਂ ਝਗੜਾ ਸ਼ੁਰੂ ਕਰ ਦਿੱਤਾ ਹੈ। ਘਟਨਾਕ੍ਰਮ ਇੰਜ ਵਾਪਰਿਆ ਕਿ ਬ੍ਰਹਮ ਬੂਟਾ ਅਖਾੜਾ ਦੇ ਕੋਲ ਜਿਹੜੀ ਜ਼ਮੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰ ਖੇਤਰ ਵਿੱਚ ਸੀ, ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਕੁਝ ਰਾਜ ਮਿਸਤਰੀਆਂ ਨੂੰ ਲੈ ਕੇ ਦੀਵਾਰ ਦੀ ਉਸਾਰੀ ਕਰਵਾ ਰਹੇ ਸਨ ਤਾਂ ਉਸ ਵੇਲੇ CRPF ਦੇ ਇੱਕ ਆਫੀਸਰ ਨੇ ਆ ਕੇ ਇਸ ਨੂੰ ਰੋਕ ਦਿੱਤਾ। ਉਸ ਵੇਲੇ ਹੀ ਤਕਰੀਬਨ ਦਰਬਾਰ ਸਾਹਿਬ ਦੇ ਇਨਫੋਰਮੇਸ਼ਨ ਆਫੀਸਰ ਸਰਦਾਰ ਨਰਿੰਦਰਪਾਲ ਸਿੰਘ ਨੰਦਾ ਇੱਕ ਵਿਦੇਸ਼ੀ ਮਹਿਲਾ ਪੱਤਰਕਾਰ ਜੋ ਕਿ ਜਰਮਨ ਤੋਂ ਸੀ, ਉਸ ਨੂੰ ਲੈ ਕੇ ਉਸ ਜਗ੍ਹਾ ਦੇ ਉੱਪਰ ਆਏ ਤਾਂ ਇਸ ਆਫੀਸਰ ਨੇ ਸਰਦਾਰ ਨਰਿੰਦਰਪਾਲ ਸਿੰਘ ਨੰਦਾ ਨੂੰ ਜਿੱਥੇ ਬੁਰਾ ਭਲਾ ਕਿਹਾ, ਉੱਥੇ ਉਹਨਾਂ ਦੇ ਉੱਪਰ ਪਿਸਤੌਲ ਵੀ ਤਾਣ ਲਈ। ਪਰ ਜਦੋਂ ਜਰਮਨ ਨਿਵਾਸੀ ਮਹਿਲਾ ਪੱਤਰਕਾਰ ਨੇ ਉਸ ਦੀ ਇਸ ਸ਼ਰਮਨਾਕ ਹਰਕਤ ਦੇ ਉੱਪਰ ਉਸ ਨੂੰ ਡਾਂਟਿਆ, ਉਸ ਨੂੰ ਬੇਇੱਜ਼ਤ ਕੀਤਾ ਤਾਂ ਉਸਨੇ ਆਪਣਾ ਪਿਸਤੌਲ ਦੁਬਾਰਾ ਆਪਣੇ ਕਵਰ ਦੇ ਵਿੱਚ ਪਾ ਲਿਆ। ਇਸ ਘਟਨਾਕ੍ਰਮ ਦੀ ਸਾਰੀ ਖਬਰ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੂੰ ਵੀ ਮਿਲੀ। ਸੰਤ ਜਰਨੈਲ ਸਿੰਘ ਆਪਣੇ ਸਾਥੀਆਂ ਦੇ ਨਾਲ, ਆਏ ਹੋਏ ਨੇੜਲੇ ਸਿੰਘਾਂ ਦੇ ਨਾਲ, ਨਜ਼ਦੀਕੀਆਂ ਦੇ ਨਾਲ ਵਿਚਾਰ ਕਰਦੇ ਰਹੇ। ਜਦੋਂ ਦੁਪਹਿਰ ਨੂੰ ਹੇਠਾਂ ਲੰਗਰ ਖਾਣ ਵਾਸਤੇ ਆਏ, ਜਦੋਂ ਦੁਪਹਿਰ ਨੂੰ ਹੇਠਾਂ ਲੰਗਰ ਛਕਣ ਵਾਸਤੇ ਉੱਪਰਲੀ ਇਮਾਰਤ ਤੋਂ ਹੇਠਾਂ ਆਏ ਤਾਂ ਤਕਰੀਬਨ 12:15 ਵਜੇ ਇੱਕਦਮ ਸਾਰੇ ਪਾਸਿਆਂ ਤੋਂ CRPF ਤੇ BSF ਨੇ ਬਿਨਾਂ ਕਿਸੇ ਭੜਕਾਹਟ ਤੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸਾਰੇ ਪਾਸੇ ਜਿੰਨੇ ਵੀ ਉਹਨਾਂ ਨੇ ਨਿੱਜੀ ਇਮਾਰਤਾਂ ਦੇ ਉੱਪਰ ਮੋਰਚੇ ਬਣਾਏ ਹੋਏ ਸਨ, ਸਾਰੇ ਪਾਸਿਆਂ ਤੋਂ ਗੋਲੀਆਂ ਚੱਲ ਰਹੀਆਂ ਸਨ। ਸੰਤ ਜਰਨੈਲ ਸਿੰਘ ਲੰਗਰ ਛਕਣ ਉਪਰੰਤ ਫਿਰ ਲੰਗਰ ਹਾਲ ਦੀ ਦੂਸਰੀ ਮੰਜ਼ਿਲ ਦੇ ਉੱਪਰ ਆ ਗਏ। ਆਲੇ ਦੁਆਲੇ ਦਾ ਜਾਇਜ਼ਾ ਲਿਆ, ਕੁਝ ਸਿੰਘਾਂ ਦੇ ਨਾਲ ਵਿਚਾਰ ਚਰਚਾ ਕੀਤੀ ਤੇ ਉਸ ਤੋਂ ਬਾਅਦ ਫੈਡਰੇਸ਼ਨ ਆਗੂਆਂ ਦੇ ਕਹਿਣ ਉੱਪਰ, ਜਿਨ੍ਹਾਂ ਦੇ ਵਿੱਚ ਭਾਈ ਅਮਰੀਕ ਸਿੰਘ, ਸਰਦਾਰ ਹਰਮਿੰਦਰ ਸਿੰਘ ਸੰਧੂ, ਭਾਈ ਰਿਸ਼ਪਾਲ ਸਿੰਘ PA ਤੇ ਹੋਰ ਕਈ ਆਗੂ ਸਨ, ਉਹਨਾਂ ਦੇ ਕਹਿਣ ਦੇ ਉੱਪਰ ਹੇਠਲੀ ਮੰਜ਼ਿਲ ਦੇ ਵਿੱਚ ਆ ਗਏ ਔਰ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਵੱਲੋਂ ਗੁਰਮਤਿ ਕੈਂਪ ਲਗਾਉਣ ਦੇ ਵਾਸਤੇ ਜਿਹੜੇ RG ਕੈਬਨ ਬਣਾਏ ਸਨ, ਉਹਨਾਂ ਵਿੱਚ ਕੁਝ ਸਮਾਂ ਬੈਠੇ। ਇਸ ਦਾ ਜ਼ਿਕਰ ਬਲਬੀਰ ਸਿੰਘ ਸੰਧੂ ਹੁਣਾਂ ਨੇ ਆਪਣੀ ਕਿਤਾਬ ਦੇ ਵਿੱਚ ਕੀਤਾ ਹੈ। ਕੁਝ ਚਿਰ ਜਦੋਂ ਉੱਥੇ ਵਿਚਾਰ ਚਰਚਾ ਸਿੰਘਾਂ ਦੇ ਨਾਲ ਅਗਲੀ ਰਣਨੀਤੀ ਦੇ ਬਾਰੇ ਕਰ ਰਹੇ ਸਨ ਤੇ ਪਤਾ ਲੱਗਾ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਵੱਲ ਵੀ CRPF ਵੱਲੋਂ ਗੋਲੀਆਂ ਚਲਾਈਆਂ ਜਾ ਰਹੀਆਂ ਨੇ। ਜ਼ਿਕਰਯੋਗ ਹੈ ਕਿ 1 ਜੂਨ ਨੂੰ CRPF ਤੇ BSF ਦੇ ਵੱਲੋਂ ਬਿਨਾਂ ਕਿਸੇ ਭੜਕਾਹਟ ਤੋਂ ਚਲਾਈਆਂ ਗਈਆਂ ਗੋਲੀਆਂ ਦੇ ਨਾਲ ਤਕਰੀਬਨ 30 ਤੋਂ ਉੱਪਰ ਨਿਸ਼ਾਨ ਜਿਹੜੇ ਸੀ ਗੋਲੀਆਂ ਦੇ, ਉਹ ਹਰਿਮੰਦਰ ਸਾਹਿਬ ਦੀ ਸੁਨਹਿਰੀ ਇਮਾਰਤ ਦੇ ਉੱਪਰ ਲੱਗੇ। ਇਸ ਤੋਂ ਇਲਾਵਾ ਪ੍ਰਕਰਮਾਂ ਦੇ ਬਰਾਂਡਿਆਂ ਦੇ ਵਿੱਚ ਵੀ ਅਨੇਕਾਂ ਜਗ੍ਹਾ ਦੇ ਉੱਪਰ ਗੋਲੀਆਂ ਲੱਗੀਆਂ। ਕੁਝ ਸ਼ਰਧਾਲੂ ਵੀ ਜ਼ਖਮੀ ਹੋਏ ਔਰ ਜਗ੍ਹਾ ਜਗ੍ਹਾ ਦੇ ਉੱਪਰ ਖੂਨ ਦੇ ਛਿੱਟੇ ਪ੍ਰਕਰਮਾਂ ਦੇ ਵਿੱਚ ਸਨ। ਜਦੋਂ ਸੰਤਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਵੱਲ ਗੋਲੀ ਚੱਲਣ ਦਾ ਪਤਾ ਲੱਗਾ ਤਾਂ ਉਸੇ ਵੇਲੇ ਉਹਨਾਂ ਨੇ ਫੈਡਰੇਸ਼ਨ ਆਗੂਆਂ ਨੂੰ ਕਿਹਾ ਕਿ ਹੁਣ ਸਾਨੂੰ ਅਕਾਲ ਤਖਤ ਸਾਹਿਬ ਵੱਲ ਜਾਣਾ ਚਾਹੀਦਾ ਹੈ। ਸੰਤ ਉੱਥੋਂ ਨਿਕਲ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਆਏ। ਜਦੋਂ ਸੰਤ ਜਰਨੈਲ ਸਿੰਘ ਲੰਗਰ ਹਾਲ ਦੀ ਇਮਾਰਤ ਤੋਂ ਨਿਕਲ ਕੇ ਅਕਾਲ ਤਖਤ ਸਾਹਿਬ ਵੱਲ ਆਏ, ਉਦੋਂ ਤੱਕ ਵੀ ਲਗਾਤਾਰ ਗੋਲੀਆਂ ਚੱਲ ਰਹੀਆਂ ਸਨ ਔਰ ਸਰਦਾਰ ਬਲਬੀਰ ਸਿੰਘ ਸੰਧੂ ਲਿਖਦੇ ਨੇ ਕਿ ਸੰਤ ਜਰਨੈਲ ਸਿੰਘ ਉਸੇ ਹੀ ਬੇਖੌਫ ਹਾਲਾਤ ਦੇ ਵਿੱਚ ਬੜੇ ਸਹਿਜ ਦੇ ਨਾਲ ਚੱਲਦੇ ਹੋਏ ਅਕਾਲ ਤਖਤ ਸਾਹਿਬ ਪਹੁੰਚੇ। ਅਕਾਲ ਤਖਤ ਸਾਹਿਬ ਦੀ ਨਾਲ ਵਾਲੀ ਇਮਾਰਤ ਜਿੱਥੇ ਸੰਤਾਂ ਦਾ ਨਿਵਾਸ ਸੀ, ਉੱਥੇ ਆ ਕੇ ਕਮਰੇ ਦੇ ਵਿੱਚ ਬੈਠੇ ਤੇ ਕੁਝ ਹੋਰ ਸਿੰਘ ਵੀ ਉਹਨਾਂ ਦੇ ਕੋਲ ਆ ਗਏ। ਦੂਸਰੇ ਪਾਸੇ ਨਾਨਕ ਨਿਵਾਸ, ਗੁਰੂ ਰਾਮਦਾਸ ਸਰਾਂ ਤੇ ਗੁਰਦੁਆਰਾ ਬਾਬਾ ਅਟਲ, ਜਿਹੜੀਆਂ ਇਮਾਰਤਾਂ ਦੇ ਉੱਪਰ ਬੱਬਰ ਖਾਲਸਾ ਦੇ ਨਾਲ ਸੰਬੰਧਿਤ ਸਿੰਘਾਂ ਦੇ ਮੋਰਚੇ ਸਨ,
ਉਹਨਾਂ ਮੋਰਚਿਆਂ ਦੇ ਉੱਪਰ ਵੀ CRPF ਦੇ ਵੱਲੋਂ ਫਾਇਰਿੰਗ ਸ਼ੁਰੂ ਹੋ ਗਈ ਔਰ ਬਾਬਾ ਅਟਲ ਦੇ ਉੱਪਰ ਜਿਹੜਾ ਇੱਕ ਬਹੁਤ ਹੀ ਕਾਰਗਰ ਮੋਰਚਾ ਸੀ, ਉਸ ਮੋਰਚੇ ਦੇ ਉੱਪਰ CRPF ਤੇ BSF ਦੀ ਗੋਲੀ ਦੇ ਨਾਲ ਭਾਈ ਕੁਲਵੰਤ ਸਿੰਘ ਜਗਾਦਰੀ, ਜਿਨ੍ਹਾਂ ਨੂੰ ਭਾਈ ਮਹਿੰਗਾ ਸਿੰਘ ਬੱਬਰ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ, ਉਹ ਗੰਭੀਰ ਜ਼ਖਮੀ ਹੋ ਗਏ। ਉਹਨਾਂ ਨੂੰ ਬੱਬਰ ਖਾਲਸਾ ਦੇ ਸਿੰਘਾਂ ਦੇ ਵੱਲੋਂ ਹੇਠੇ ਲਿਆਂਦਾ ਗਿਆ ਤੇ ਉਹਨਾਂ ਦੀ ਸ਼ਹਾਦਤ ਹੋ ਗਈ। ਬਲਬੀਰ ਸਿੰਘ ਸੰਧੂ ਲਿਖਦੇ ਨੇ ਕਿ ਜਿਸ ਵੇਲੇ ਭਾਈ ਮਹਿੰਗਾ ਸਿੰਘ ਬੱਬਰ ਦੀ ਸ਼ਹਾਦਤ ਹੋਈ, ਇੱਕ ਹੋਰ ਵੀ ਬਜ਼ੁਰਗ ਜ਼ਖਮੀ ਹਾਲਤ ਦੇ ਵਿੱਚ ਉਹਨਾਂ ਦੇ ਨੇੜੇ ਸਹਿਕ ਰਹੇ ਸਨ, ਉਹਨਾਂ ਦੀ ਵੀ ਸ਼ਹਾਦਤ ਹੋ ਗਈ। ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੂੰ ਇਹਨਾਂ ਸ਼ਹਾਦਤਾਂ ਦਾ ਪਤਾ ਲੱਗਾ। ਸੰਤ ਜਰਨੈਲ ਸਿੰਘ ਖਾਲਸਾ ਆਪਣੇ ਕਮਰੇ ਦੇ ਵਿੱਚ ਜਨਰਲ ਸ਼ਬੇਕ ਸਿੰਘ, ਭਾਈ ਰਿਸ਼ਪਾਲ ਸਿੰਘ, ਹਰਮਿੰਦਰ ਸਿੰਘ ਸੰਧੂ, ਭਾਈ ਅਮਰੀਕ ਸਿੰਘ, ਭਾਈ ਰਾਮ ਸਿੰਘ ਗੜਵਈ, ਭਾਈ ਸੁਜਾਨ ਸਿੰਘ ਮਨਾਵਾ ਤੇ ਭਾਈ ਨਿਰੰਤਰ ਸਿੰਘ, ਇਹਨਾਂ ਸਾਰਿਆਂ ਦੇ ਨਾਲ ਰਣਨੀਤੀ ਦੇ ਬਾਰੇ ਵਿਚਾਰਾਂ ਕਰ ਰਹੇ ਸਨ। ਤੇ ਉਸੇ ਵੇਲੇ ਸੰਤ ਜਰਨੈਲ ਸਿੰਘ ਨੇ ਸਿੰਘਾਂ ਨੂੰ ਕਿਹਾ ਕਿ ਤੁਸੀਂ ਹੁਣ ਦੱਸੀ ਹੋਈ ਨੀਤੀ ਦੇ ਅਨੁਸਾਰ ਆਪੋ ਆਪਣੇ ਮੋਰਚੇ ਸੰਭਾਲ ਲਓ। ਉਸ ਵਕਤ ਹੀ ਭਾਈ ਸਾਹਿਬ ਭਾਈ ਅਮਰੀਕ ਸਿੰਘ ਹੁਣਾਂ ਨੂੰ ਬਾਹਰੋਂ ਟੈਲੀਫੋਨ ਆਉਣੇ ਸ਼ੁਰੂ ਹੋ ਗਏ ਪੰਜਾਬ ਦੇ ਵਿੱਚੋਂ, ਕਿਉਂਕਿ ਇਹ ਖਬਰਾਂ ਪੰਜਾਬ ਦੇ ਪਿੰਡਾਂ ਦੇ ਵਿੱਚ ਪਹੁੰਚ ਗਈਆਂ ਕਿ ਹਰਿਮੰਦਰ ਸਾਹਿਬ ਦੇ ਉੱਪਰ ਸਰਕਾਰ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਹੈ। ਭਾਈ ਅਮਰੀਕ ਸਿੰਘ ਜਿੱਥੇ ਲੋਕਾਂ ਦੇ ਆ ਰਹੇ ਟੈਲੀਫੋਨਾਂ ਦਾ ਜਵਾਬ ਦੇ ਰਹੇ ਸੀ, ਉੱਥੇ ਨਾਲ ਹੀ ਜੂਝਣ ਵਾਲੇ ਸਿੰਘਾਂ ਨੂੰ ਖਾਸ ਹਦਾਇਤਾਂ ਜਾਰੀ ਕਰ ਰਹੇ ਸੀ। ਭਾਈ ਸ਼ਬੇਕ ਸਿੰਘ ਉਹ ਸਿੰਘਾਂ ਨੂੰ ਇਹ ਖਾਸ ਹਦਾਇਤ ਦੇ ਰਹੇ ਸੀ ਕਿ ਜਿੰਨਾ ਚਿਰ ਤੱਕ ਫੌਜੀ ਜਾਂ ਨੀਮ ਫੌਜੀ ਦਲ ਅੰਦਰ ਨਾ ਆਉਣ, ਉਹਨਾਂ ਚਿਰ ਤੱਕ ਅੰਦਰ ਵਾਲੇ ਪਾਸਿਓਂ ਇੱਕ ਵੀ ਗੋਲੀ ਨਾ ਚਲਾਈ ਜਾਏ, ਕਿਉਂਕਿ ਜਿਹੜੀ ਬਿਨਾਂ ਭੜਕਾਹਟ ਤੋਂ ਇਹ ਗੋਲੀਬਾਰੀ ਕੀਤੀ ਜਾ ਰਹੀ ਹੈ, ਇਸ ਦਾ ਨਿਸ਼ਾਨਾ ਇੱਕ ਤਾਂ ਸਾਡੇ ਮੋਰਚਿਆਂ ਦੀ ਸ਼ਨਾਖਤ ਕਰਨਾ ਹੈ ਤੇ ਦੂਸਰਾ ਸਾਡੇ ਸ਼ਸਤਰਾਂ ਦੀ ਸ਼ਨਾਖਤ ਕਰਨਾ ਹੈ ਕਿ ਕਿਸ ਪਾਸੇ ਤੋਂ ਗੋਲੀ ਆ ਰਹੀ ਹੈ ਤੇ ਕਿਸ ਹਥਿਆਰ ਦੀ ਗੋਲੀ ਆ ਰਹੀ ਹੈ। ਸੋ ਅੰਦਰੋਂ ਸਿੰਘਾਂ ਨੇ ਇਸ ਬਿਨਾਂ ਭੜਕਾਹਟ ਤੋਂ ਕੀਤੀ ਜਾ ਰਹੀ ਗੋਲਾਬਾਰੀ ਦਾ ਕੋਈ ਜਵਾਬ ਨਾ ਦਿੱਤਾ। ਦੂਜੇ ਪਾਸੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਉਸ ਵੇਲੇ ਦੇ ਧਰਮਯੁੱਧ ਮੋਰਚੇ ਦੇ ਡਿਕਟੇਟਰ ਹਰਚੰਦ ਸਿੰਘ ਲੌਂਗੋਵਾਲ ਨੇ ਭਾਰਤ ਦੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੇ ਨਾਲ ਟੈਲੀਫੋਨ ਉੱਪਰ ਸੰਪਰਕ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਕਿ ਨੀਮ ਫੌਜੀ ਦਲਾਂ ਦੇ ਵੱਲੋਂ ਬਿਨਾਂ ਕਿਸੇ ਭੜਕਾਹਟ ਦੇ ਗੋਲੀ ਚਲਾਈ ਜਾ ਰਹੀ ਹੈ, ਪਰ ਉਸ ਦੇ ਨਾਲ ਕੋਈ ਸੰਪਰਕ ਨਾ ਹੋ ਸਕਿਆ। ਸ਼ਾਮਾਂ ਪੈਂਦੀਆਂ ਜਾ ਰਹੀਆਂ ਸੀ ਔਰ ਗੋਲੀ ਚੱਲਦੀ ਨੂੰ ਲਗਾਤਾਰ 5-6 ਘੰਟੇ ਹੋ ਚੁੱਕੇ ਸੀ। ਉਸੇ ਵੇਲੇ ਸੰਤ ਜਰਨੈਲ ਸਿੰਘ ਜਦੋਂ ਅਕਾਲ ਤਖਤ ਸਾਹਿਬ ਦੇ ਨੇੜਲੇ ਕਮਰੇ ਦੇ ਵਿੱਚ ਸਨ ਤਾਂ ਹਰਚੰਦ ਸਿੰਘ ਲੌਂਗੋਵਾਲ ਦੇ ਸਹਾਇਕ ਅਬਨਾਸ਼ੀ ਸਿੰਘ ਦਾ ਸੰਤ ਜਰਨੈਲ ਸਿੰਘ ਹੁਣਾਂ ਨੂੰ ਫੋਨ ਆਇਆ ਕਿ ਡਿਕਟੇਟਰ ਸਾਹਿਬ ਕਹਿ ਰਹੇ ਨੇ ਕਿ ਹੁਣ ਕੀ ਕੀਤਾ ਜਾਵੇ। ਤੇ ਸੰਤ ਜਰਨੈਲ ਸਿੰਘ ਨੇ ਕਿਹਾ ਕਿ ਇਹੀ ਡਿਕਟੇਟਰ ਸਾਹਿਬ ਨੇ ਜਿਨ੍ਹਾਂ ਨੇ ਕਦੀ ਮੰਜੀ ਹਾਲ ਦੀਵਾਨ ਦੇ ਵਿੱਚ ਕਿਹਾ ਸੀ ਕਿ ਜੇਕਰ ਹਰਿਮੰਦਰ ਸਾਹਿਬ ਦੇ ਉੱਪਰ ਹਮਲਾ ਹੋਇਆ ਤਾਂ ਫੌਜ ਸਾਡੀਆਂ ਲਾਸ਼ਾਂ ਦੇ ਉੱਪਰੋਂ ਲੰਘ ਕੇ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੋਵੇਗੀ। ਹੁਣ ਹਮਲਾ ਤਾਂ ਹੋ ਚੁੱਕਾ ਹੈ ਤੇ ਹੁਣ ਇਹਨਾਂ ਨੂੰ ਆਜ਼ਾਦ ਖਾਲਸਾ ਰਾਜ ਦਾ ਐਲਾਨ ਕਰ ਦੇਣਾ ਚਾਹੀਦਾ ਹੈ। ਕਾਫੀ ਲੰਬੀ ਵਾਰਤਾਲਾਪ ਹੋਈ ਔਰ ਉਸ ਤੋਂ ਬਾਅਦ ਸੰਤ ਜਰਨੈਲ ਸਿੰਘ ਹੁਣਾਂ ਨੇ ਫੋਨ ਰੱਖ ਦਿੱਤਾ। ਉਸ ਤੋਂ ਬਾਅਦ ਇਹ ਖਬਰ ਮਿਲੀ ਕਿ ਇੱਕ ਮੋਰਚੇ ਦੇ ਵਿੱਚ ਭਾਈ ਰਾਮ ਸਿੰਘ ਮਹਿਤੇ ਵਾਲੇ ਵੀ CRPF ਦੀ ਗੋਲੀ ਲੱਗਣ ਦੇ ਨਾਲ ਸ਼ਹਾਦਤ ਪ੍ਰਾਪਤ ਕਰ ਚੁੱਕੇ ਨੇ। ਸੰਤ ਜਰਨੈਲ ਸਿੰਘ ਹੁਣਾਂ ਨੇ ਉਸ ਵੇਲੇ ਭਾਈ ਰਿਸ਼ਪਾਲ ਸਿੰਘ PA ਤੇ ਫੈਡਰੇਸ਼ਨ ਦੇ ਹੋਰ ਸਿੰਘਾਂ ਨੂੰ ਕਿਹਾ ਕਿ ਜਿਹੜੇ ਸਿੰਘ ਆਮ ਮੋਰਚਿਆਂ ਜਾਂ ਪ੍ਰਕਰਮਾਂ ਦੇ ਵਿੱਚ ਘੁੰਮ ਰਹੇ ਨੇ, ਉਹਨਾਂ ਨੂੰ ਕਹੋ ਕਿ ਬਿਨਾਂ ਕਿਸੇ ਕਾਰਨ ਦੇ ਬਾਹਰ ਨਾ ਨਿਕਲਣ। ਜਿਨ੍ਹਾਂ ਨੂੰ ਸ਼ਸਤਰ ਚਾਹੀਦੇ ਨੇ ਉਹ ਭਾਈ ਸੁਜਾਨ ਸਿੰਘ ਹੁਣਾਂ ਤੋਂ ਤੇ ਭਾਈ ਰਾਮ ਸਿੰਘ ਹੁਣਾਂ ਤੋਂ ਲੈ ਲੈਣ, ਤੇ ਜਿਹੜੇ ਸਿੰਘਾਂ ਦੇ ਕੋਲ 2 ਸ਼ਸਤਰ ਨੇ ਉਹ ਇੱਕ ਸ਼ਸਤਰ ਆਪਣੇ ਸਾਥੀਆਂ ਨੂੰ ਦੇ ਕੇ ਆਪੋ ਆਪਣੇ ਮੋਰਚਿਆਂ ਦੇ ਉੱਪਰ ਡਟ ਜਾਣ। ਪਾਣੀ ਵਾਲੀ ਟੈਂਕੀ ਦੇ ਉੱਪਰ ਸਿੱਖ ਸਟੂਡੈਂਟ ਫੈਡਰੇਸ਼ਨ, ਲੰਗਰ ਹਾਲ ਦੀ ਛੱਤ ਦੇ ਉੱਪਰ ਭਾਈ ਠਾਰਾ ਸਿੰਘ ਜੀ, ਜਿਨ੍ਹਾਂ ਨੂੰ ਅਸੀਂ ਬਾਬਾ ਠਾਰਾ ਸਿੰਘ ਦੇ ਨਾਮ ਦੇ ਨਾਲ ਜਾਣਦੇ ਹਾਂ, ਅਕਾਲ ਰੈਸਟ ਹਾਊਸ ਦੇ ਉੱਪਰ ਸਿੱਖ ਸਟੂਡੈਂਟ ਫੈਡਰੇਸ਼ਨ ਦੀਆਂ ਬੀਬੀਆਂ, ਬੀਬੀ ਪਰਮਜੀਤ ਕੌਰ,
और बीबी उपकार कौर। और अकाल तख्त साहब के नेड़े वालियां इमारतों के उपर सिख स्टूडेंट फैडरेशन ते जथा पिंडरां दे सूरमे जिहड़े सी वो आपो अपने मोर्चों के उपर डट गए। गोलाबारी तकरीबन 7 घंटे लगातार होंदी रही, पर केवल लंगर वाली इमारत तो बिना किसी होर मोर्चे तो इस गोलाबारी का जवाब ना दिता गया। ते सरदार बलबीर सिंह संधू दसते ने कि जिस वेले बाबा ठारा सिंह की अगवाई दे विच लंगर वाली इमारत तो इस गोलाबारी का जवाब दिता तां उन्हां दे दस्सण मुताबक CRPF वाले जिहड़ियां इमारतां दे उपर अगे वध रहे सी, ऐसी भाजड़ पई कि उन्हां दे विचों कई जख्मी हो गए, कई मारे गए ते कई अपने मोर्चों नूं छड्ड के दोबारा वापस चले गए। सो 1 जून की रात तक तकरीबन CRPF दे वल्लों ये गोलाबारी हुंदी रही ते उस तो बाद ਸਿੰਘਾਂ ने अपनी अगली रणनीति के मुताबिक आपो अपने मोर्चे संभाल लए। 1 जून 1984 ਨੂੰ तकरीबन 7 घंटे गोली चलती रही और इस गोलीबारी दे विच भाई कुलवंत सिंह जगाधरी उर्फ भाई मेहंगा सिंह बब्बर शहादत प्राप्त कर गए। लंगर वाली इमारत दे कोल कार सेवा के जथे नाल संबंधित 3 सिंह शहादतां प्राप्त कर गए, जिन्हां दे विचों एक दा नाम भाई मेजर सिंह मिलता है, जिन्हां दे पट दे विच गोली लगी और बहुत ज़्यादा खून वहन दे नाल उन्हां दी शाम नूं शहादत हो गई। इस तरह ही जथा पिंडरां दे विचों भाई राम सिंह मेहते वाले भी एक मोर्चे दे विच CRPF की गोली का शिकार होए ते शहादत प्राप्त कर गए। सो 1 जून नूं तकरीबन 4 सिंह जिहड़े कि समुचे संघर्ष दे विच सरगर्म सन वो शहादतां प्राप्त कर गए और इन्हां 4 तो इलावा 7 श्रद्धालु परिक्रमा दे विच और लंगर साहब की इमारत और गुरु नानक निवास की छत के उपर वख-वख जगह के उपर गोलियां लगन दे नाल शहीद हो गए। ते इस 1 जून 1984 नूं ही 25 के करीब सिंह जिहड़े सी, जिहड़े श्रद्धालु सी, वो जख्मी हो गए। 1 जून नूं सारा दिन गोलीबारी चलती रही। रात नूं जदों अजे भी रुक रुक के गोली चल रही सी ते दूसरे पासे संत जरनैल सिंह खालसा पिंडरां वाले, जनरल शबेग सिंह, भाई अमरीक सिंह, भाई रिशपाल सिंह, भाई हरमिंदर सिंह संधू ते होर जिन्ने भी नौजवान लीडर सन वो वख-वख मोर्चों की विਉਂਤਬੰਦੀ दे विच लगे हुए सन। सारी रात इस तरह ही लंघ गई। सवेरे 2 जून का दिन चढ़िया तो तकरीबन अमृतसर शहर के विच करफ्यू लगा होया सी। खास करके दरबार साहब के नेड़े दे इलाके दे विच करफ्यू बहुत सख्त सी। कुछ पत्रकार जिन्हां दे कोल करफ्यू पास सन वो बेशक CRPF ते BSF के अफसरां नूं विखा के दरबार साहब परिसर दे विच दाखिल होए, पर उन्हां नूं भी बहुत जलालत का सामना करना पिया। भाव के CRPF ते BSF के सिपाहियों ने उन्हां नूं जगह जगह के रूप पर रोक के बहुत जलील किया। इस तरह के नाल जदों वो पत्रकार दरबार साहब परिसर दे विच आए तो उन्होंने 1 जून नूं हुई गोलाबारी के निशान वेखे और उन्हां पत्रकारां दीआं रिपोर्टां दे उपर आधारित जेकर इन्हां गोलीबारी दे जिहड़ी कि 1 जून नूं बिना किसी भड़काहट दे विच CRPF ते BSF दे वल्लों कीती गई, उस दे मुताबिक श्री दरबार साहब दी सुनहरी इमारत नूं 38 गोलियां ते परिक्रमा दे विच 167 गोलियां दे निशान जिहड़े सी वो वेखे गए। कुछ शरधावान सिखां ने
ਪਰਿਕਰਮਾ ਦੇ ਵਿੱਚ ਲੱਗੀਆਂ ਹੋਈਆਂ ਗੋਲੀਆਂ ਦੇ ਦੁਆਲੇ ਲਾਲ ਨਿਸ਼ਾਨ ਲਗਾ ਕੇ ਉਹਨਾਂ ਉੱਪਰ 1 ਜੂਨ 1984 ਲਿਖ ਦਿੱਤਾ ਕਿ 1 ਜੂਨ ਨੂੰ CRPF ਤੇ BSF ਦੇ ਵੱਲੋਂ ਚਲਾਈਆਂ ਗਈਆਂ ਗੋਲੀਆਂ ਜਿਹੜੀਆਂ ਕਿ ਦਰਬਾਰ ਸਾਹਿਬ ਦੀ ਪਵਿੱਤਰ ਇਮਾਰਤ ਦੇ ਵਿੱਚ ਲੱਗੀਆਂ ਸਨ, ਉਹਨਾਂ ਦੇ ਨਿਸ਼ਾਨਾਂ ਨੂੰ ਇੱਕ ਯਾਦਗਾਰ ਦੇ ਵਜੋਂ ਸੰਭਾਲ ਲਿਆ ਜਾਵੇ। ਕੁਝ ਸਮਾਂ ਬੀਤਿਆ ਤਾਂ ਜਿਹੜੇ ਸਿੰਘ ਸ਼ਹੀਦ ਹੋਏ ਸੀ ਉਹਨਾਂ ਦੇ ਵਿੱਚੋਂ ਭਾਈ ਕੁਲਵੰਤ ਸਿੰਘ ਜਗਾਦਰੀ, ਜਿਨ੍ਹਾਂ ਨੂੰ ਭਾਈ ਮਹਿੰਗਾ ਸਿੰਘ ਬੱਬਰ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ, ਉਹਨਾਂ ਦਾ ਮ੍ਰਿਤਕ ਸਰੀਰ ਗੁਰੂ ਨਾਨਕ ਨਿਵਾਸ ਦੀ 44 ਔਰ 45 ਨੰਬਰ ਕਮਰੇ ਦੀ ਸਾਹਮਣੇ ਦੀ ਬਾਰਾਂਦਰੀ ਦੇ ਵਿੱਚ ਬਰਾਂਡੇ ਦੇ ਵਿੱਚ ਰੱਖਿਆ ਹੋਇਆ ਸੀ। ਸਰਦਾਰ ਬਲਬੀਰ ਸਿੰਘ ਹੁਣਾਂ ਨੇ ਜਿਸ ਵੇਲੇ ਭਾਈ ਕੁਲਵੰਤ ਸਿੰਘ ਜਗਾਦਰੀ ਦੇ ਸ਼ਹੀਦੀ ਸਰੂਪ ਨੂੰ ਤੱਕਿਆ ਤਾਂ ਜਿਹੜੇ ਉਹਨਾਂ ਨੇ ਸ਼ਬਦ ਲਿਖੇ ਨੇ ਉਹ ਬੜੇ ਹੀ ਭਾਵਪੂਰਤ ਨੇ। ਉਹ ਲਿਖਦੇ ਨੇ ਕਿ ਇਸ ਸਬੰਧ ਦੇ ਵਿੱਚ ਮੈਨੂੰ ਇਸ ਤਰ੍ਹਾਂ ਅਨੁਭਵ ਹੋ ਰਿਹਾ ਸੀ ਕਿ ਸ਼ਹੀਦ ਉਸ ਅਕਾਲ ਪੁਰਖ ਨੂੰ ਸਭ ਤੋਂ ਵੱਧ ਪਿਆਰੇ ਹੁੰਦੇ ਹਨ ਅਤੇ ਉਸ ਵਾਹਿਗੁਰੂ ਦੇ ਸਮੁੱਚੇ ਬ੍ਰਹਿਮੰਡਕ ਨਿਜ਼ਾਮ ਵਿੱਚ ਅਰਥਾਤ ਇਲਾਹੀ ਦਰਬਾਰ ਦੇ ਵਿੱਚ ਸ਼ਹੀਦਾਂ ਨੂੰ ਖਾਸ ਮੁਕਾਮ ਹਾਸਲ ਹੁੰਦਾ ਹੈ ਅਤੇ ਉਹਨਾਂ ਦੀ ਆਤਮਿਕ ਹਸਤੀ ਉਸ ਰੱਬੀ ਨੂਰ ਦੇ ਨੂਰਾਨੀ ਜਲਵੇ ਨਾਲ ਓਤ-ਪੋਤ ਹੁੰਦੀ ਹੈ ਤੇ ਸ਼ਹੀਦਾਂ ਦੀਆਂ ਦੇਹਾਂ ਉੱਪਰ ਭਾਵੇਂ ਉਹ ਕਿਸੇ ਵੀ ਹਾਲ ਦੇ ਵਿੱਚ ਹੋਣ, ਰੱਬੀ ਜਲਵੇ ਦਾ ਨੂਰ ਡੁੱਲ ਪੈਂਦਾ ਹੈ। ਸੋ ਭਾਈ ਕੁਲਵੰਤ ਸਿੰਘ ਹੁਣਾਂ ਦਾ ਅੰਤਮ ਸੰਸਕਾਰ ਦੀਵਾਨ ਮੰਜੀ ਹਾਲ ਦਰਬਾਰ ਦੇ ਸਾਹਮਣੇ ਔਰ ਜਿਹੜੇ 4 ਸਿੰਘ ਹੋਰ ਸ਼ਹੀਦ ਹੋਏ ਸਨ ਉਹਨਾਂ ਦਾ ਅੰਤਮ ਸੰਸਕਾਰ ਲੰਗਰ ਹਾਲ ਦੀ ਇਮਾਰਤ ਦੇ ਸਾਹਮਣੇ ਕਰ ਦਿੱਤਾ ਗਿਆ। ਰੈੱਡ ਕਰਾਸ ਦੇ ਵੱਲੋਂ ਜ਼ਖਮੀ ਹੋਏ ਸ਼ਰਧਾਲੂਆਂ ਔਰ ਸ਼ਹੀਦ ਸ਼ਰਧਾਲੂਆਂ ਦੇ ਸਰੀਰ ਜਿਹੜੇ ਸੀ ਉਹ ਪਰਿਸਰ ਦੇ ਬਾਹਰੋਂ ਹਟਾ ਲਏ ਗਏ। ਪੱਤਰਕਾਰਾਂ ਨੇ ਵੱਖ-ਵੱਖ ਲੀਡਰਾਂ ਦੇ ਨਾਲ, ਧਰਮਯੁੱਧ ਮੋਰਚੇ ਦੇ ਡਿਕਟੇਟਰ ਦੇ ਨਾਲ ਅਤੇ ਹੋਰ ਸੰਗਤਾਂ ਦੇ ਨਾਲ ਇੰਟਰਵਿਊ ਕਰਕੇ ਜਾਣਕਾਰੀ ਪ੍ਰਾਪਤ ਕੀਤੀ। 2 ਜੂਨ ਨੂੰ ਦੂਸਰੇ ਪਾਸੇ ਦਿੱਲੀ ਦੇ ਵਿੱਚ ਵੀ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਵੱਲੋਂ ਆਪਣੇ ਵੱਖ-ਵੱਖ ਸਲਾਹਕਾਰਾਂ ਦੇ ਨਾਲ ਮੀਟਿੰਗਾਂ ਦਾ, ਇਕੱਤਰਤਾਵਾਂ ਦਾ ਸਿਲਸਿਲਾ ਜਾਰੀ ਸੀ ਔਰ ਉਸ ਦੇ ਵੱਲੋਂ ਔਰ ਮੀਡੀਆ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਅੱਜ ਰਾਤ ਨੂੰ 8:30 ਵਜੇ ਦੇਸ਼ ਦੀ ਪ੍ਰਧਾਨ ਮੰਤਰੀ ਰਾਸ਼ਟਰ ਨੂੰ ਸੰਬੋਧਨ ਕਰੇਗੀ। ਪਰ ਜਿਹੜੀਆਂ ਇਕੱਤਰਤਾਵਾਂ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਆਪਣੇ ਵੱਖ-ਵੱਖ ਸਲਾਹਕਾਰਾਂ ਨਾਲ ਕੀਤੀਆਂ, ਉਹਨਾਂ ਇਕੱਤਰਤਾਵਾਂ ਦੇ ਵਿੱਚ ਉਸ ਦੀ ਮਾਨਸਿਕਤਾ ਕਿਸ ਹਾਲਾਤ ਦੇ ਵਿੱਚ ਸੀ, ਜਾਂ ਕਹਿ ਸਕਦੇ ਹਾਂ ਕਿ ਜਦੋਂ ਸਿੱਖਾਂ ਦੇ ਦਿਲ ਦੇ ਉੱਪਰ ਹਮਲਾਵਰ ਹੋਣਾ ਹੋਵੇ ਉਸ ਵੇਲੇ ਹਮਲਾਵਰ ਦੀ ਮਾਨਸਿਕਤਾ ਕਿਵੇਂ ਦੀ ਹੁੰਦੀ ਹੈ, ਇਸ ਦਾ ਜ਼ਿਕਰ ਕਰਦਾ ਇੱਕ ਪੱਤਰਕਾਰ ਆਨੰਦ ਸਹਾਏ ਲਿਖਦਾ ਹੈ ਕਿ ਜਦੋਂ ਸ਼੍ਰੀਮਤੀ ਗਾਂਧੀ ਮੰਚ ਵੱਲ ਵਧੀ ਉਹ ਲੰਗੜਾਉਂਦੀ ਹੋਈ ਮਹਿਸੂਸ ਹੁੰਦੀ ਸੀ। ਉਸ ਦੇ ਮੋਢਿਆਂ ਦੇ ਵਿੱਚ ਕੁੱਬ ਸੀ, ਉਹ ਖਿੰਡੀ ਤੇ ਪਰੇਸ਼ਾਨ ਸੀ। ਉਸ ਦੇ ਚਿਹਰੇ ਦੇ ਉੱਪਰ ਤਣਾਅ ਸੀ, ਬੋਲਦੇ ਹੋਏ ਉਹ ਅਟਕ ਰਹੀ ਸੀ। ਮੈਂ ਇੰਨਾ ਹੈਰਾਨ ਸੀ ਕਿ ਮੈਂ ਸੋਚਿਆ ਉਸ ਦੇ ਪਰਿਵਾਰ ਦੇ ਵਿੱਚ ਜ਼ਰੂਰ ਹੀ ਕੋਈ ਮਰ ਗਿਆ ਹੋਣਾ। ਆਪਣੇ ਦਫ਼ਤਰ ਪਹੁੰਚਣ ਤੱਕ ਸਹਾਏ ਨੇ ਇਹ ਸਿੱਟਾ ਕੱਢ ਲਿਆ ਕਿ ਆਮ ਕਰਕੇ ਬਣ ਠਣ ਕੇ ਰਹਿਣ ਵਾਲੀ ਸ਼੍ਰੀਮਤੀ ਗਾਂਧੀ ਦੀ ਖਿੰਡੀ ਪੁੰਡੀ ਅਤੇ ਕੁਚਲੀ ਦਿੱਖ ਦਾ ਅਰਥ ਜ਼ਰੂਰ ਹੀ ਕਿਸੇ ਬਹੁਤ ਗੰਭੀਰ ਫੈਸਲੇ ਵੱਲ ਕੀਤਾ ਜਾਣਾ ਹੋਵੇਗਾ। ਇਹ ਸਾਰਾ ਘਟਨਾਕ੍ਰਮ ਦੇਸ਼ ਦੀ ਰਾਜਧਾਨੀ ਦੇ ਵਿੱਚ ਵਾਪਰ ਰਿਹਾ ਸੀ। ਦੂਸਰੇ ਪਾਸੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਔਰ ਜਨਰਲ ਸਕੱਤਰ
ਭਾਈ ਹਰਮਿੰਦਰ ਸਿੰਘ ਸੰਧੂ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕਿਰਪਾਲ ਸਿੰਘ ਹੁਣਾਂ ਨੂੰ ਮਿਲੇ ਤੇ ਉਹਨਾਂ ਨੇ ਜਾਣਕਾਰੀ ਦਿੰਦਿਆਂ ਹੋਇਆਂ ਕਿਹਾ ਕਿ ਸਾਡੇ ਕੋਲ ਪੁਖਤਾ ਸਬੂਤ ਨੇ ਕਿ ਹੁਣ ਫੌਜ ਵੱਲੋਂ ਹਰਮਿੰਦਰ ਸਾਹਿਬ ਦੇ ਉੱਪਰ ਹਮਲਾ ਕੀਤਾ ਜਾਵੇਗਾ। ਬਤੌਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੁਸੀਂ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਇਹ ਬਿਆਨ ਪੱਤਰਕਾਰਾਂ ਨੂੰ ਜਾਰੀ ਕਰ ਦਿਓ ਕਿ ਜੇਕਰ ਹਰਮਿੰਦਰ ਸਾਹਿਬ ਦੇ ਉੱਪਰ ਭਾਰਤੀ ਫੌਜ ਵੱਲੋਂ, ਭਾਰਤੀ ਹਕੂਮਤ ਦੇ ਵੱਲੋਂ ਹਮਲਾ ਕੀਤਾ ਜਾਂਦਾ ਹੈ ਤਾਂ ਜਿਹੜੀਆਂ ਵੀ ਦੇਸ਼ ਦੀਆਂ ਸੈਨਾਵਾਂ ਦੇ ਵਿੱਚ, ਨੀਮ ਫੌਜੀ ਦਲਾਂ ਦੇ ਵਿੱਚ ਤੇ ਉੱਚ ਅਹੁਦਿਆਂ ਦੇ ਉੱਪਰ ਸਿੱਖ ਤਾਇਨਾਤ ਨੇ, ਉਹ ਉਸੇ ਵੇਲੇ ਹੀ ਉਹਨਾਂ ਆਪਣੇ ਅਹੁਦਿਆਂ ਦਾ ਤਿਆਗ ਕਰਕੇ ਸ੍ਰੀ ਹਰਮਿੰਦਰ ਸਾਹਿਬ ਵੱਲ ਚਾਲੇ ਪਾ ਦੇਣ। ਗਿਆਨੀ ਕਿਰਪਾਲ ਸਿੰਘ ਨੇ ਇਸ ਤਜਵੀਜ਼ ਦਾ ਜਵਾਬ ਇਹ ਦਿੱਤਾ ਕਿ ਮੈਂ ਇਸ ਦੇ ਉੱਪਰ ਕੋਈ ਫੈਸਲਾ ਨਹੀਂ ਲੈ ਸਕਦਾ। ਇਸ ਦਾ ਫੈਸਲਾ ਲੈਣ ਦਾ ਅਧਿਕਾਰ ਕੇਵਲ ਤੇ ਕੇਵਲ ਮੋਰਚੇ ਦੇ ਡਿਕਟੇਟਰ ਹਰਚੰਦ ਸਿੰਘ ਲੌਂਗੋਵਾਲ ਦੇ ਕੋਲ ਹੈ। ਹਾਂ, ਇੰਨਾ ਜ਼ਰੂਰ ਹੈ ਕਿ ਮੈਂ ਤੁਹਾਡੀ ਗੱਲ ਗੁਰਚਰਨ ਸਿੰਘ ਟੌਹੜਾ ਅਤੇ ਹਰਚੰਦ ਸਿੰਘ ਲੌਂਗੋਵਾਲ ਤੱਕ ਜ਼ਰੂਰ ਪਹੁੰਚਾ ਦੇਵਾਂਗਾ। ਉਸ ਤੋਂ ਬਾਅਦ ਗਿਆਨੀ ਕਿਰਪਾਲ ਸਿੰਘ ਹਰਚੰਦ ਸਿੰਘ ਲੌਂਗੋਵਾਲ ਔਰ ਗੁਰਚਰਨ ਸਿੰਘ ਟੌਹੜਾ ਨੂੰ ਜਾ ਕੇ ਮਿਲੇ ਔਰ ਉੱਥੇ ਉਹਨਾਂ ਦੀ ਆਪਸ ਦੇ ਵਿੱਚ ਕਾਫੀ ਵਾਰਤਾਲਾਪ ਹੋਈ। ਪੱਤਰਕਾਰ ਭਾਈਚਾਰਾ ਵੀ ਉੱਥੇ ਪਹੁੰਚ ਚੁੱਕਾ ਸੀ ਔਰ ਉਸ ਵੇਲੇ ਮੋਰਚੇ ਦੇ ਡਿਕਟੇਟਰ ਹਰਚੰਦ ਸਿੰਘ ਲੌਂਗੋਵਾਲ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਇਆਂ ਇਹ ਗੱਲ ਕਹੀ ਕਿ ਸਰਕਾਰ ਦੀ ਕਾਰਵਾਈ ਬਹੁਤ ਘਿਨਾਉਣੀ ਹੈ ਅਤੇ ਸਿੱਖ ਸੰਗਤਾਂ ਇਸ ਦਾ ਮੂੰਹ ਤੋੜ ਜਵਾਬ ਦੇਣਗੀਆਂ। ਤਾੜਨਾ ਕੀਤੀ ਗਈ ਔਰ ਜਦੋਂ ਕਿਰਪਾਲ ਸਿੰਘ ਹੁਣਾਂ ਨੇ ਭਾਈ ਹਰਮਿੰਦਰ ਸਿੰਘ ਸੰਧੂ ਤੇ ਭਾਈ ਅਮਰੀਕ ਸਿੰਘ ਹੁਣਾਂ ਦੀ ਤਜਵੀਜ਼ ਨੂੰ ਉਹਨਾਂ ਦੇ ਸਾਹਮਣੇ ਰੱਖਿਆ ਤਾਂ ਉਹਨਾਂ ਨੇ ਇਹ ਕਹਿ ਕੇ ਰੱਦ ਕਰ ਦਿੱਤਾ ਕਿ ਸ਼ਾਇਦ ਦਰਬਾਰ ਸਾਹਿਬ ਦੇ ਉੱਪਰ ਹਮਲਾ ਨਹੀਂ ਹੋਵੇਗਾ ਤੇ ਜੋ ਕੁਝ ਇਹਨਾਂ ਫੈਡਰੇਸ਼ਨ ਆਗੂਆਂ ਵੱਲੋਂ ਕਿਹਾ ਜਾ ਰਿਹਾ ਹੈ ਇਹ ਸੰਭਵ ਨਹੀਂ ਹੈ। ਸੋ ਇੱਕ ਪਾਸੇ ਤਾਂ ਭਾਰਤੀ ਫੌਜ ਦੇ ਵੱਲੋਂ ਹਰਮਿੰਦਰ ਸਾਹਿਬ ਦੇ ਉੱਪਰ ਹਮਲਾਵਰ ਹੋਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਇਹ ਗੱਲ ਜ਼ਿਕਰਯੋਗ ਹੈ ਕਿ ਦਰਬਾਰ ਸਾਹਿਬ ਦੇ ਉੱਪਰ ਹਮਲੇ ਦੀ ਵਿਉਂਤਬੰਦੀ ਬਹੁਤ ਸਮਾਂ ਪਹਿਲਾਂ ਚਕਰਾਤਾ ਦੇ ਵਿੱਚ ਦਰਬਾਰ ਸਾਹਿਬ ਦਾ ਇੱਕ ਮਸਨੂਈ ਮਾਡਲ ਤਿਆਰ ਕਰਕੇ ਫੌਜ ਨੂੰ ਪਹਿਲਾਂ ਹੀ ਸਿਖਲਾਈ ਦਿੱਤੀ ਜਾ ਚੁੱਕੀ ਸੀ ਔਰ ਉਸ ਵੇਲੇ ਸੈਨਾ ਦੇ ਮੁਖੀ ਜਨਰਲ ਸਿਨਹਾ ਨੂੰ ਜਦੋਂ ਇਸ ਹਮਲੇ ਦੀ ਅਗਵਾਈ ਕਰਨ ਬਾਰੇ ਕਿਹਾ ਗਿਆ ਤਾਂ ਉਹਨਾਂ ਨੇ ਬੜੇ ਭਾਵਪੂਰਤ ਸ਼ਬਦਾਂ ਦੇ ਵਿੱਚ ਕਿਹਾ ਕਿ ਦੇਸ਼ ਦੇ ਅੰਦਰ ਜੇਕਰ ਕਿਸੇ ਤਰ੍ਹਾਂ ਦਾ ਕੋਈ ਸੰਘਰਸ਼ ਜਾਂ ਅੰਦੋਲਨ ਚੱਲਦਾ ਹੈ ਤਾਂ ਉਸ ਦੇ ਨਾਲ ਸਿੱਝਣ ਦੀ ਜ਼ਿੰਮੇਵਾਰੀ ਪੁਲਿਸ ਦੀ ਔਰ ਨੀਮ ਫੌਜੀ ਦਲਾਂ ਦੀ ਹੁੰਦੀ ਹੈ। ਫੌਜ ਕੇਵਲ ਤੇ ਕੇਵਲ ਦੇਸ਼ ਦੀ ਬਾਹਰੀ ਸਰਹੱਦਾਂ ਤੋਂ ਰੱਖਿਆ ਕਰਨ ਦੇ ਵਾਸਤੇ ਹੁੰਦੀ ਹੈ। ਜਨਰਲ ਸਿਨਹਾ ਨੇ ਇਸ ਗੱਲ ਦਾ ਪ੍ਰਗਟਾਵਾ ਆਪਣੀ ਇੱਕ ਇੰਟਰਵਿਊ ਦੇ ਵਿੱਚ ਵੀ ਕੀਤਾ। He had met Zail Singh, the Home Minister in Delhi, coming from Bombay with 30-40 rifles with him. No one had done anything. And he went to Hisar. He was there for some time. Nothing was done there. Then he went to Matsachur Gurudwara. And I was rung up by the Chief Secretary of Punjab. I think Puri was his name. Yes. He said, General, Bhindranwala has to be arrested. He is in the Gurudwara. And could you give us a few tanks? I said, it's a very strange request. The army doesn't give its weapons to the police. It uses its weapons itself. And when it is called in aid of the police, we use our weapons. We don't hand over our weapons like this. And tanks, policemen are not trained to use it. So I don't know what you will do with it. And even if you have some ex-servicemen from Armored Corps in the police, they can use it. The problem would arise
what are the repercussions? I have to take into account, firstly, use of tanks in a Gurudwara will have national and international repercussions, which will be very undesirable. Second is that I have a large number of Sikh soldiers. It will hurt their sentiments, and we shouldn't do so. Then he says, well, we wanted it, but if you can't do it, we'll have to do something. After that, I get a message from Darbara Singh, the Chief Minister wants to see me. So I got my helicopter to break journey at Chandigarh, and I went to see him. He said, General Saab, my Chief Secretary has told me that you cannot give us tanks and you have very valid reasons for it, and I agree with you. But do one thing for us. Send the army, arrest Bhindarwala and clear up the place. So I said, sir, the army has no power of arrest. The police can arrest, the army cannot. And I would advise you to use the police for that. He said, but Bhindarwala has got 30-40 rifles. So I said, so have you. The armed police, the CRP, use them. And then he said in Punjabi, "Tusi sanu madad nahi karte." Well, I said, I'm very sorry, sir. And our meeting ended. 2 days later, while I was still in Rajasthan, and I was out doing border reconnaissance in my helicopter, my Chief of Staff, General Puri, he was also Lieutenant General. Yes. He got a message from Delhi, orders of the Prime Minister. The army has to go in and arrest Bhindarwala. And as a good staff officer, he acted on it, thinking that I'll also do the same. And he passed the orders down the line to the Corps Commander at Jalandhar, and from him it went to the Div Commander at Amritsar. And a Gurkha battalion was detailed to go to Mehta Chowk. And I was informed at about 6 in the evening or 5:30 when I had landed. So my immediate reaction was, stop that, cancel that order. And he said, sir, but those are the Prime Minister's orders. I said, yes. So far as you are concerned, you have to carry out my orders. As regards the Prime Minister's orders, I'll deal with the problem myself. So I rang up Venkatraman. I thought, there's no point in my ringing up Vice Chief. Although he's a friend of mine, Setna, we were colleagues. I rang up Venkatraman, particularly after I had discussed at Bhatinda the Sikh problem with him. And I said, sir, these are the orders. And I've told my people not to take any action till I have my views presented to the Prime Minister. He was taken aback. He said, you're not going to carry out Prime Minister's orders. I said, no, sir, I will carry out the Prime Minister's orders. But my submission is that I am an army commander. I should be allowed to present my views before the Prime Minister before she gives a decision. And after hearing my views, she gives a decision, you should go, I'll go. Right. But today I have rung you up to say, this is the background. The Chief Secretary and Chief Minister, my interaction with them. And if I were to carry out this order, Mehta Chowk Gurudwara is good 20-30 miles from Amritsar. Yes. And my troops have not seen the place by daylight. It's evening. And I have to complete the pass by tomorrow morning. There would be indiscriminate firing. A lot of people will get killed. And
If I have to do it, You need time to prepare. I'll do it not tonight, tomorrow night, so that troops can go see the place by daylight and then prepare. But I'll still advise that the army should not be used. The defense minister rather reluctantly told me, okay, I'll talk to the Prime Minister. A couple of hours later, I get a message. The army can stand down. The task will be carried out by the state government. ਖੈਰ ਇਸ ਤੋਂ ਬਾਅਦ ਇੱਕ ਬੜੇ ਹੀ ਭੱਦੇ ਜਿਹੇ ਤਰੀਕੇ ਦੇ ਨਾਲ ਉਹਨਾਂ ਨੂੰ ਅਹੁਦੇ ਤੋਂ ਲਾਂਭੇ ਕਰਕੇ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਆਪਣੇ ਵਿਸ਼ਵਾਸ ਪਾਤਰ ਅਰੁਣ ਕੁਮਾਰ ਵਿਆਦਿਆ ਨੂੰ ਫੌਜਾਂ ਦਾ ਜਨਰਲ ਨਿਯੁਕਤ ਕੀਤਾ ਗਿਆ ਔਰ ਇਸ ਸਾਰੇ ਹਮਲੇ ਦੀ ਜਿਹੜੀ ਕਮਾਂਡ ਸੀ ਉਹਨਾਂ ਦੇ ਹੱਥ ਦਿੱਤੀ ਗਈ। ਦੂਰਦਰਸ਼ਨ ਤੋਂ ਦੇਸ਼ ਦੀ ਪ੍ਰਧਾਨ ਮੰਤਰੀ ਨੇ 8 ਵਜੇ ਪਹਿਲਾਂ ਸੰਬੋਧਿਤ ਹੋਣਾ ਸੀ, ਉਸ ਤੋਂ ਬਾਅਦ 8:30 ਦਾ ਟਾਈਮ ਦਿੱਤਾ ਗਿਆ। ਲੋਕਾਂ ਦੀਆਂ ਨਜ਼ਰਾਂ ਦੂਰਦਰਸ਼ਨ ਦੇ ਉੱਪਰ ਪ੍ਰਸਾਰਣ ਦੇ ਬਾਰੇ ਸਨ, ਪਰ 8:30 ਵਜੇ ਵੀ ਦੂਰਦਰਸ਼ਨ ਦੇ ਵੱਲੋਂ ਉਹ ਜਿਹੜਾ ਪ੍ਰਸਾਰਣ ਸੀ ਉਹ ਪ੍ਰਸਾਰਿਤ ਨਾ ਕੀਤਾ ਗਿਆ। ਅਖੀਰ 9:15 ਵਜੇ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਪੰਜਾਬ ਦੀ ਸਮੱਸਿਆ ਦੇ ਬਾਰੇ ਦੇਸ਼ ਵਾਸੀਆਂ ਦੇ ਨਾਲ ਕੁਝ ਗੱਲਾਂ ਸਾਂਝੀਆਂ ਕੀਤੀਆਂ। I still appeal to them to accept the framework of the settlement government has outlined. If any misgivings or doubts on any issue remain, let us sit around the table and find a solution. ਇਹਨਾਂ ਗੱਲਾਂ ਤੋਂ ਇੰਜ ਲੱਗਦਾ ਸੀ ਕਿ ਦੇਸ਼ ਦੀ ਪ੍ਰਧਾਨ ਮੰਤਰੀ ਪੰਜਾਬ ਦੀ ਸਮੱਸਿਆ ਦੇ ਹੱਲ ਦੇ ਬਾਰੇ ਬਹੁਤ ਹੀ ਚਿੰਤਤ ਹੈ ਔਰ ਉਹ ਪੰਜਾਬ ਦੀ ਸਮੱਸਿਆ ਨੂੰ ਹੱਲ ਕਰਨਾ ਚਾਹੁੰਦੀ ਹੈ। ਪਰ ਦੂਸਰੇ ਪਾਸੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਤੇ ਨੀਤੀਵਾਨ ਜਰਨੈਲ ਸ਼ਬੀਕ ਸਿੰਘ ਹੁਣਾਂ ਨੇ ਆਪਣੇ ਨਾਲ ਦੇ ਸਾਥੀਆਂ ਨੂੰ ਵੱਖ-ਵੱਖ ਮੋਰਚਿਆਂ ਦੇ ਵਿੱਚ ਤਾਇਨਾਤ ਕਰਨਾ ਸ਼ੁਰੂ ਕਰ ਦਿੱਤਾ ਔਰ 2 ਜੂਨ ਨੂੰ ਜਿਸ ਵੇਲੇ ਪੱਤਰਕਾਰ ਸੰਤ ਜਰਨੈਲ ਸਿੰਘ ਦੇ ਨਾਲ ਮੁਲਾਕਾਤ ਵਾਸਤੇ ਆਏ ਤੇ ਉਹਨਾਂ ਨੇ ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਕਿ ਹਮਲਾ ਹੋਣ ਵਾਲਾ ਹੈ। ਮੁਗਲ ਰਾਜ ਤੇ ਅੰਗਰੇਜ਼ਾਂ ਦੇ ਰਾਜ ਦੇ ਸਾਰੇ ਪਾਪ ਨੂੰ ਇਸ ਰਾਜ ਵਾਲਿਆਂ ਨੇ ਮੌਤ ਪਾ ਦਿੱਤਾ ਜੋ ਸ੍ਰੀ ਹਰਿਮੰਦਰ ਸਾਹਿਬ ਤੇ ਹਮਲਾ ਕੀਤਾ। ਮੇਰੇ ਵੱਲੋਂ ਸਿੱਖਾਂ ਨੂੰ ਪੁਰਜੋਰ ਅਪੀਲ ਹੈ, ਇਹਦਾ ਮੂੰਹ ਤੋੜਵਾਂ ਜਵਾਬ ਦੇਣ, ਕੇਵਲ ਕਮਰ ਕਸਾ ਨਾ ਕਰਨ, ਕਮਰ ਕਸਾ ਕਰਕੇ ਤੁਰਨ। ਸਿੱਖਾਂ ਦੇ ਉੱਪਰ ਇਦੋਂ ਹੋਰ ਕੋਈ ਵੱਡੀ ਗੁਲਾਮੀ ਦੀ ਨਿਸ਼ਾਨੀ ਨਹੀਂ ਹੋ ਸਕਦੀ ਜਿਹੜਾ ਹੁਣ ਪਾਪ ਹੋਇਆ। ਇਹ ਸਿੱਖੀ ਸਰੂਪ ਨੂੰ ਪਸੰਦ ਨਹੀਂ ਕਰਦੇ, ਸਿੱਖਾਂ ਨੂੰ ਖਤਮ ਕਰਨਾ ਚਾਹੁੰਦੇ। ਜਿਹੜੇ ਕਿ ਆਸ ਹੈ ਇਹਨਾਂ ਦੀ ਪੂਰੀ ਨਹੀਂ ਹੋ ਸਕਣੀ, ਕਿਉਂਕਿ ਸਿੱਖੀ ਸਰੂਪ ਨੂੰ ਖਤਮ ਕਰਨ ਵਾਲੀਆਂ ਬਹੁਤ ਹਕੂਮਤਾਂ ਹੋ ਗੁਜ਼ਰੀਆਂ, ਇਹਨੇ ਵੀ ਉਸੇ ਤਰ੍ਹਾਂ ਚਲੀ ਜਾਣਾ। ਸੋ ਉਹ ਇੱਕ ਨੀਤੀਵਾਨ ਜਰਨੈਲ ਦਾ ਕਹਿ ਸਕਦੇ ਹੋ ਕਿ ਭਵਿੱਖ ਦੇ ਬਾਰੇ ਚਿੰਤਨ ਸੀ ਕਿ ਬੇਸ਼ੱਕ ਦੇਸ਼ ਦੇ ਬਹੁਤਾਤ ਲੋਕ ਸੋਚ ਰਹੇ ਸਨ ਕਿ ਦੇਸ਼ ਦੀ ਪ੍ਰਧਾਨ ਮੰਤਰੀ ਪੰਜਾਬ ਦੀ ਸਮੱਸਿਆ ਦਾ ਹੱਲ ਕਰਨ ਦੇ ਵਾਸਤੇ ਚਿੰਤਾਤੁਰ ਹੈ, ਪਰ ਦੂਜੇ ਪਾਸੇ ਕੌਮ ਦੇ ਭਵਿੱਖ ਦਾ ਚਿੰਤਨ ਕਰਨ ਵਾਲਾ ਉਹ ਮਰਦੇ ਮੁਜਾਹਦ ਸੂਰਮਾ ਦੇਸ਼ ਦੀ ਪ੍ਰਧਾਨ ਮੰਤਰੀ ਦੇ ਉਸ ਭਾਸ਼ਣ ਤੋਂ ਪਹਿਲਾਂ ਹੀ ਆਪਣੀ ਰਣਨੀਤੀ ਤੈਅ ਕਰ ਚੁੱਕਾ ਸੀ। ਸੋ ਦੇਸ਼ ਦੇ ਪ੍ਰਧਾਨ ਮੰਤਰੀ ਦੇ ਪ੍ਰਸਾਰਣ ਤੋਂ ਬਾਅਦ ਕੁਝ ਮਿੰਟਾਂ ਦੇ ਵਿੱਚ ਹੀ ਪੰਜਾਬ ਨੂੰ ਫੌਜ ਦੇ ਹਵਾਲੇ ਕਰ ਦਿੱਤਾ ਗਿਆ। ਪੰਜਾਬ ਦੇ ਗਵਰਨਰ BD ਪਾਂਡੇ ਨੂੰ ਚੰਡੀਗੜ੍ਹ ਦਾ ਐਡਮਿਨਿਸਟ੍ਰੇਟਰ ਲਾ ਦਿੱਤਾ ਗਿਆ ਤੇ ਰਣਜੀਤ ਸਿੰਘ ਦਿਆਲ ਜਿਹੜਾ ਕਿ ਫੌਜ ਦਾ ਲੈਫਟੀਨੈਂਟ ਜਨਰਲ ਸੀ ਉਸ ਨੂੰ ਉਸ ਦਾ ਸਲਾਹਕਾਰ ਨਿਯੁਕਤ ਕੀਤਾ ਗਿਆ। ਇਸ ਸਾਰੇ ਆਪਰੇਸ਼ਨ ਦੀ 2 ਰੂਪਾਂ ਦੇ ਵਿੱਚ ਰੂਪਰੇਖਾ ਤਿਆਰ ਕੀਤੀ ਗਈ। ਇੱਕ ਤਾਂ ਸੀ ਕਿ ਦਰਬਾਰ ਸਾਹਿਬ ਦੇ ਉੱਪਰ ਹਮਲਾ ਜਿਹੜਾ ਕਰਨਾ ਹੈ ਉਸ ਨੂੰ ਬਲੂ ਸਟਾਰ ਦਾ ਨਾਮ ਦਿੱਤਾ ਗਿਆ ਤੇ ਪੰਜਾਬ ਦੀਆਂ ਬਾਕੀ ਸੂਬਿਆਂ ਦੇ ਨਾਲ ਲੱਗਦੀਆਂ ਹੱਦਾਂ ਤੇ ਬਾਕੀ ਦੇਸ਼ਾਂ ਦੇ ਨਾਲ ਲੱਗਦੀਆਂ ਹੱਦਾਂ ਦੇ ਉੱਪਰ ਖਾਸ ਚੌਕਸੀ ਵਾਸਤੇ ਜਿਹੜਾ ਇਹ ਰੂਪਰੇਖਾ ਤਿਆਰ ਕੀਤੀ ਗਈ ਉਸ ਨੂੰ ਆਪਰੇਸ਼ਨ ਵੁੱਡਰੋਜ਼ ਦਾ ਨਾਮ ਦਿੱਤਾ ਗਿਆ। ਦਰਬਾਰ ਸਾਹਿਬ ਦੇ ਉੱਪਰ ਹਮਲੇ ਦੀ ਜ਼ਿੰਮੇਵਾਰੀ ਕੁਲਦੀਪ ਬਰਾੜ ਨੂੰ ਦਿੱਤੀ ਗਈ ਜਿਹੜਾ ਕਿ ਪੱਛਮੀ ਕਮਾਂਡ ਦੇ ਮੁਖੀ ਕੇ ਸੁੰਦਰ ਜੀ ਦੇ ਅਧੀਨ ਕਾਰਜਸ਼ੀਲ ਸੀ। ਦੂਜੇ ਬੰਨੇ
ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਜਨਰਲ ਸ਼ਬੇਕ ਸਿੰਘ ਦੀ ਸੁਚੱਜੀ ਯੁੱਧ ਨੀਤਿਕ ਵਿਉਂਤਬੰਦੀ ਦੇ ਨਾਲ ਵੱਖ-ਵੱਖ ਮੋਰਚਿਆਂ ਦੇ ਵਿੱਚ ਸਿੰਘਾਂ ਨੂੰ ਤੈਨਾਤ ਕਰਨਾ ਆਰੰਭ ਕਰ ਦਿੱਤਾ। 2 ਜੂਨ 1984 ਨੂੰ ਜਿਸ ਤਰ੍ਹਾਂ ਕਿ ਪਿਛਲੇ ਹਿੱਸੇ ਦੇ ਵਿੱਚ ਦੱਸਿਆ ਜਾ ਚੁੱਕਾ ਹੈ ਕਿ ਕਈ ਤਰ੍ਹਾਂ ਦੀਆਂ ਕੂਟਨੀਤਿਕ ਘਟਨਾਵਾਂ ਵਾਪਰ ਚੁੱਕੀਆਂ ਸਨ। ਅਕਾਲੀ ਲੀਡਰਸ਼ਿਪ ਦੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ ਟੌੜਾ ਨੇ ਇੰਦਰਾ ਗਾਂਧੀ ਦੇ ਨਾਮ ਇੱਕ ਚਿੱਠੀ ਲਿਖੀ, ਜਿਸ ਦੇ ਵਿੱਚ ਦੱਸਿਆ ਗਿਆ ਕਿ ਅਕਾਲੀ ਦਲ ਦਾ ਨਾਮ ਮਿਲਵਰਤਨ ਅੰਦੋਲਨ ਦਾ ਜਿਹੜਾ ਪ੍ਰੋਗਰਾਮ ਹੈ ਉਹ ਰੱਦ ਨਹੀਂ ਕੀਤਾ ਜਾਵੇਗਾ। ਦੂਸਰੇ ਬੰਨੇ ਧਰਮਯੁੱਧ ਮੋਰਚੇ ਦੇ ਡਿਕਟੇਟਰ ਹਰਚੰਦ ਸਿੰਘ ਲੌਂਗੋਵਾਲ ਨੇ ਪ੍ਰੈਸ ਰਿਪੋਰਟਰਾਂ ਦੇ ਨਾਲ ਗੱਲ ਕਰਦਿਆਂ ਕਿਹਾ ਕਿ ਜਿਹੜੀਆਂ 1 ਜੂਨ ਨੂੰ ਹਰਮੰਦਰ ਸਾਹਿਬ ਔਰ ਪਰਿਕਰਮਾ ਦੇ ਵਿੱਚ ਗੋਲੀਆਂ ਲੱਗੀਆਂ ਹਨ, ਉਹਨਾਂ ਦੇ ਨਿਸ਼ਾਨ ਸੰਭਾਲ ਕੇ ਰੱਖੇ ਜਾਣਗੇ, ਕਿਉਂਕਿ ਇਹ ਹਿੰਦ ਸਰਕਾਰ ਦੇ ਵੱਲੋਂ ਸਿੱਖਾਂ ਦੇ ਉੱਪਰ ਕੀਤੇ ਗਏ ਹਮਲੇ ਦੇ ਅਹਿਮ ਨਿਸ਼ਾਨ ਨੇ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਵੀ ਪੱਤਰਕਾਰਾਂ ਦੇ ਨਾਲ ਆਪਣੀ ਮਿਲਣੀ ਦੇ ਵਿੱਚ ਬੜਾ ਸਪਸ਼ਟ ਕਰ ਦਿੱਤਾ ਕਿ ਸਰਕਾਰ ਦੇ ਵੱਲੋਂ ਹਮਲਾ ਕੀਤਾ ਜਾਵੇਗਾ ਤੇ ਅਸੀਂ ਇੱਥੇ ਜੂਝ ਕੇ ਸ਼ਹਾਦਤਾਂ ਪ੍ਰਾਪਤ ਕਰਾਂਗੇ। ਸੋ 2 ਜੂਨ ਨੂੰ ਇਹ ਸਾਰੀਆਂ ਘਟਨਾਵਾਂ ਵਾਪਰ ਚੁੱਕੀਆਂ ਸੀ। ਬੇਸ਼ੱਕ ਕਿ 2 ਜੂਨ ਨੂੰ ਕੋਈ ਜ਼ਿਆਦਾ ਗੋਲਾਬਾਰੀ ਨਹੀਂ ਹੋਈ, ਪਰ ਫਿਰ ਵੀ CRPF ਤੇ BSF ਦੀਆਂ ਚੌਂਕੀਆਂ ਦੇ ਵਿੱਚ ਇੱਕ ਖਾਸ ਤਰ੍ਹਾਂ ਦੀ ਸਰਗਰਮੀ ਵਿਖਾਈ ਦਿੱਤੀ ਜਾਂਦੀ ਰਹੀ। ਉਹ ਇਹ ਸੀ ਕਿ ਪੰਜਾਬ ਦੇ ਵਿੱਚ ਪਹੁੰਚ ਚੁੱਕੀ ਫੌਜ ਦੇ ਵੱਲੋਂ ਮੋਰਚਿਆਂ ਦੇ ਵਿੱਚ ਤਬਦੀਲੀ ਕੀਤੀ ਜਾ ਰਹੀ ਸੀ। ਦਰਬਾਰ ਸਾਹਿਬ ਦੇ ਆਲੇ ਦੁਆਲੇ ਦੀਆਂ ਉੱਚੀਆਂ ਇਮਾਰਤਾਂ ਉੱਪਰ ਜਿਹੜੇ CRPF ਤੇ BSF ਦੇ ਵੱਲੋਂ ਮੋਰਚੇ ਬਣਾਏ ਹੋਏ ਸਨ, ਉਹਨਾਂ ਦੇ ਵਿੱਚ ਜਿਹੜੀ ਫੌਜ ਸੀ ਉਹ ਤਬਦੀਲ ਕੀਤੀ ਜਾ ਰਹੀ ਸੀ। ਇਸੇ ਤਰ੍ਹਾਂ 3 ਜੂਨ ਦਾ ਦਿਨ ਚੜ੍ਹਿਆ, ਅੰਮ੍ਰਿਤਸਰ ਦੇ ਵਿੱਚ ਕਰਫਿਊ ਲਗਾ ਦਿੱਤਾ ਗਿਆ। ਬੇਸ਼ੱਕ ਕਿ ਸਵੇਰੇ ਕੁਝ ਸਮੇਂ 9 ਤੋਂ 11 ਵਜੇ ਤੱਕ ਕਰਫਿਊ ਦੇ ਵਿੱਚ ਢਿੱਲ ਦਿੱਤੀ ਗਈ। ਉਸ ਢਿੱਲ ਦੇ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਹੋਰ ਵੀ ਸੰਗਤਾਂ ਵਧੇਰੇ ਗਿਣਤੀ ਵਿੱਚ ਆ ਗਈਆਂ, ਕਿਉਂਕਿ ਕਿਸੇ ਨੂੰ ਵੀ ਖਦਸ਼ਾ ਨਹੀਂ ਸੀ ਕਿ ਭਾਰਤੀ ਹਕੂਮਤ ਦੇ ਵੱਲੋਂ ਇਸ ਤਰ੍ਹਾਂ ਦੀ ਘਿਨਾਉਣੀ ਕਾਰਵਾਈ ਕੀਤੀ ਜਾਵੇਗੀ। 3 ਜੂਨ 1984 ਨੂੰ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਹਾੜਾ ਸੀ। ਉਸ ਕਰਕੇ ਵੀ ਇਸ ਪਾਵਨ ਸਥਾਨ ਦੇ ਉੱਪਰ ਸੰਗਤਾਂ ਦੀ ਆਮਦ ਬਹੁਤ ਸੀ। ਦੂਸਰਾ, ਧਰਮਯੁੱਧ ਮੋਰਚੇ ਦੇ ਵਿੱਚ ਗ੍ਰਿਫਤਾਰੀ ਦੇਣ ਦੇ ਵਾਸਤੇ ਪਿੰਡਾਂ ਦੇ ਵਿੱਚੋਂ ਜਥਿਆਂ ਦੇ ਰੂਪ ਵਿੱਚ ਲੋਕ ਆਏ ਹੋਏ ਸਨ। ਤੇ ਤੀਸਰਾ, ਧਰਮਯੁੱਧ ਮੋਰਚੇ ਦੇ ਪ੍ਰਬੰਧਕਾਂ ਦੇ ਵੱਲੋਂ 3 ਜੂਨ ਨੂੰ ਆਪਣਾ ਅਗਲਾ ਪਾਲਸੀ ਪ੍ਰੋਗਰਾਮ ਭਾਵ ਕਿ ਸਰਕਾਰ ਦੇ ਨਾਲ ਨਾ ਮਿਲਵਰਤਨ ਅੰਦੋਲਨ ਦਾ ਐਲਾਨ ਕਰਨਾ ਸੀ, ਜਿਸ ਕਰਕੇ ਸੰਗਤਾਂ ਦੀ ਗਿਣਤੀ ਹੋਰ ਵੀ ਜ਼ਿਆਦਾ ਸੀ। ਔਰ ਭਾਰਤੀ ਹਕੂਮਤ ਦੇ ਵੱਲੋਂ ਇਸ ਦਿਨ ਪਹਿਲਾਂ ਕਰਫਿਊ ਲਗਾ ਦਿੱਤਾ ਗਿਆ, ਫਿਰ ਸਵੇਰੇ 9 ਤੋਂ 11 ਵਜੇ ਤੱਕ ਕਰਫਿਊ ਦੇ ਵਿੱਚ ਢਿੱਲ ਦਿੱਤੀ ਗਈ ਅਤੇ ਉਸ ਤੋਂ ਬਾਅਦ ਫਿਰ ਕਰਫਿਊ ਲਗਾ ਦਿੱਤਾ ਗਿਆ। ਕਰਫਿਊ ਦੀ ਢਿੱਲ ਦੇ ਦੌਰਾਨ ਸੁਭਾਸ਼ ਕਿਰਪੇਕਰ ਨਾਂ ਦਾ ਪੱਤਰਕਾਰ ਹਰਬੀਰ ਸਿੰਘ ਭੰਵਰ ਨੂੰ ਲੈ ਕੇ ਸ੍ਰੀ ਦਰਬਾਰ ਸਾਹਿਬ ਦਾਖਲ ਹੋਇਆ। ਸਭ ਤੋਂ ਪਹਿਲਾਂ ਉਸ ਨੇ ਹਰਚੰਦ ਸਿੰਘ ਲੌਂਗੋਵਾਲ ਔਰ ਗੁਰਚਰਨ ਸਿੰਘ ਟੌੜਾ ਦੇ ਨਾਲ ਮੁਲਾਕਾਤ ਕੀਤੀ। ਉਹਨਾਂ ਦੀ ਰਾਏ ਜਾਣਨ ਤੋਂ ਬਾਅਦ, ਕਿਉਂਕਿ 2 ਜੂਨ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕਿਰਪਾਲ ਸਿੰਘ ਨੇ ਵੀ ਅਕਾਲ ਤਖਤ ਸਾਹਿਬ ਦੇ ਵੱਲੋਂ ਇਹ ਹੁਕਮਨਾਮਾ ਜਾਰੀ ਕਰ ਦਿੱਤਾ ਸੀ ਕਿ ਨੀਮ ਫੌਜੀ ਦਲਾਂ ਨੇ ਹਰਿਮੰਦਰ ਸਾਹਿਬ ਦੇ ਉੱਪਰ ਜਿਹੜਾ ਹਮਲਾ ਕੀਤਾ ਹੈ ਉਹ ਸਿੱਖਾਂ ਦੇ ਇਸ ਧਾਰਮਿਕ ਸਥਾਨ ਦੇ ਉੱਪਰ ਇੱਕ ਬਹੁਤ ਹੀ ਘਿਨਾਉਣਾ ਕਰਮ ਹੈ ਤੇ ਸਿੱਖਾਂ ਵੱਲੋਂ ਇਹਨਾਂ ਦਾ ਜਵਾਬ ਦਿੱਤਾ ਜਾਵੇਗਾ ਅਤੇ ਹਮਲਾ ਕਰਨ ਵਾਲੇ ਇਹਨਾਂ ਦੁਸ਼ਟਾਂ ਦਾ ਨਾਸ਼ ਕੀਤਾ ਜਾਵੇਗਾ। ਇਸ ਤੋਂ ਬਾਅਦ ਇਹ ਦੋਵੇਂ ਪੱਤਰਕਾਰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਕੋਲ ਗਏ। ਉਸ ਵੇਲੇ ਕਮਰੇ ਦੇ ਵਿੱਚ ਸੰਤ ਜਰਨੈਲ ਸਿੰਘ ਤੋਂ ਇਲਾਵਾ ਭਾਈ ਰਿਸ਼ਪਾਲ ਸਿੰਘ ਪੀਏ, ਭਾਈ ਅਮਰੀਕ ਸਿੰਘ, ਹਰਮਿੰਦਰ ਸਿੰਘ ਸੰਧੂ, ਜਨਰਲ ਸ਼ਵੇਕ ਸਿੰਘ
ਤੇ ਕੁਝ ਸੰਤ ਜਰਨੈਲ ਸਿੰਘ ਹੁਣਾਂ ਦੇ ਹੋਰ ਨੇੜਲੇ ਸਾਥੀ ਸਨ। ਸੰਤ ਜਰਨੈਲ ਸਿੰਘ ਹੁਣਾਂ ਦੇ ਨਾਲ ਜਿਹੜੀ ਸੁਭਾਸ਼ ਕਰਪੇਕਰ ਦੀ ਗੱਲਬਾਤ ਹੋਈ ਉਹ ਬੇਸ਼ੱਕ ਬਹੁਤ ਵਿਸਥਾਰ ਦੇ ਵਿੱਚ ਬਹੁਤ ਸਾਰੀਆਂ ਕਿਤਾਬਾਂ ਦੇ ਵਿੱਚ ਮਿਲਦੀ ਹੈ, ਪਰ ਇੱਕ ਗੱਲ ਬੜੀ ਅਹਿਮ ਸੀ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਇੱਕ ਸਵਾਲ ਦੇ ਜਵਾਬ ਦੇ ਵਿੱਚ ਸੁਭਾਸ਼ ਕਰਪੇਕਰ ਨੂੰ ਕਿਹਾ ਕਿ ਕੱਲ ਤੋਂ ਫੌਜ ਆਪਣੀ ਕਾਰਵਾਈ ਸ਼ੁਰੂ ਕਰ ਦੇਵੇਗੀ ਔਰ ਹਰਮੰਦਰ ਸਾਹਿਬ ਹੀ ਨਹੀਂ ਬਲਕਿ ਅੰਮ੍ਰਿਤਸਰ ਜ਼ਿਲ੍ਹਾ, ਗੁਰਦਾਸਪੁਰ ਤੇ ਫਿਰੋਜ਼ਪੁਰ ਦੇ ਕਈ ਗੁਰਦੁਆਰਿਆਂ ਦੇ ਉੱਪਰ ਕਾਰਵਾਈ ਕੀਤੀ ਜਾਵੇਗੀ। ਇੱਥੋਂ ਅਸੀਂ ਉਸ ਨੀਤੀਵਾਨ ਜਰਨੈਲ ਦੀ ਤੀਖਣ ਬੁੱਧੀ ਦਾ ਅੰਦਾਜ਼ਾ ਲਗਾ ਸਕਦੇ ਹਾਂ। ਇਹ ਸਾਰਾ ਘਟਨਾਕ੍ਰਮ ਹਰਮੰਦਰ ਸਾਹਿਬ ਦੇ ਅੰਦਰ ਵਾਪਰ ਰਿਹਾ ਸੀ। ਦੂਸਰੇ ਪਾਸੇ ਚੰਡੀ ਮੰਦਰ, ਜਿਹੜਾ ਕਿ ਚੰਡੀਗੜ੍ਹ ਦੇ ਕੋਲ ਫੌਜ ਦਾ ਹੈੱਡਕੁਆਟਰ ਹੈ, ਉੱਥੇ ਕੁਲਦੀਪ ਬਰਾੜ ਪਹੁੰਚ ਚੁੱਕਿਆ ਸੀ। ਕੁਲਦੀਪ ਬਰਾੜ ਦੀ ਉੱਥੇ ਮੁਲਾਕਾਤ ਕੇ ਸੁੰਦਰ ਜੀ ਦੇ ਨਾਲ ਹੋਈ, ਜਿਹੜਾ ਪੱਛਮੀ ਕਮਾਂਡ ਦਾ ਮੁਖੀ ਸੀ, ਔਰ ਉੱਥੇ ਉਸ ਨੂੰ ਸਾਰੀ ਗੱਲ ਸਮਝਾਈ ਗਈ ਕਿ ਅਗਲੀ ਕਾਰਵਾਈ ਕਿਸ ਤਰ੍ਹਾਂ ਦੇ ਨਾਲ ਕਰਨੀ ਹੈ। ਇਹਨਾਂ ਹੁਕਮਾਂ ਨੂੰ ਲੈ ਕੇ ਕੁਲਦੀਪ ਬਰਾੜ ਅੰਮ੍ਰਿਤਸਰ ਪਹੁੰਚਿਆ ਔਰ ਅੰਮ੍ਰਿਤਸਰ ਦੀ ਇੱਕ ਫੌਜੀ ਡਿਵੀਜ਼ਨ ਦੇ ਵਿੱਚ ਇੱਕ ਹੈੱਡਕੁਆਟਰ ਸਥਾਪਿਤ ਕੀਤਾ ਗਿਆ। ਹਰਮੰਦਰ ਸਾਹਿਬ ਦਾ ਇੱਕ ਬਹੁਤ ਵੱਡਾ ਕੰਪਲੈਕਸ ਦਾ ਨਕਸ਼ਾ ਤਿਆਰ ਕਰਕੇ ਉਸ ਦੇ ਉੱਪਰ ਫੌਜੀ ਅਫਸਰਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਕਿਸ ਤਰੀਕੇ ਦੇ ਨਾਲ ਇਹ ਜਿਹੜੀ ਕਾਰਵਾਈ ਹੈ ਇਹ ਅਮਲ ਦੇ ਵਿੱਚ ਲਿਆਂਦੀ ਜਾਵੇਗੀ। ਭਾਵ ਕਿ 1 ਜੂਨ ਨੂੰ ਜਿਹੜੀਆਂ ਤਿਆਰੀਆਂ ਫੌਜ ਦੇ ਵੱਲੋਂ ਕੀਤੀਆਂ ਜਾ ਰਹੀਆਂ ਸੀ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਤੇ ਉਹਨਾਂ ਦੇ ਸਾਥੀਆਂ ਨੂੰ ਇਸ ਦਾ ਭਲੀ ਭਾਂਤ ਪਤਾ ਸੀ। 3 ਜੂਨ ਦਾ ਇਹ ਦਿਹਾੜਾ, ਜਿਸ ਵੇਲੇ ਪੱਤਰਕਾਰ ਸੰਤ ਜਰਨੈਲ ਸਿੰਘ ਹੁਣਾਂ ਦੇ ਕੋਲ ਬੈਠੇ ਸੀ ਤੇ ਉਹਨਾਂ ਦੇ ਕੋਲ ਜਨਰਲ ਸ਼ਬੇਕ ਸਿੰਘ ਵੀ ਬੈਠੇ ਸੀ, ਜਦੋਂ ਪੱਤਰਕਾਰਾਂ ਨੇ ਕੁਝ ਫੌਜੀ ਨੀਤੀ ਦੇ ਸਵਾਲ ਕੀਤੇ ਤੇ ਸੰਤ ਜਰਨੈਲ ਸਿੰਘ ਹੁਣਾਂ ਨੇ ਸ਼ਬੇਕ ਸਿੰਘ ਹੁਣਾਂ ਵੱਲ ਇਸ਼ਾਰਾ ਕੀਤਾ ਤੇ ਉਸ ਵੇਲੇ ਪੱਤਰਕਾਰ ਨੇ ਇੱਕ ਬੜਾ ਅਹਿਮ ਸਵਾਲ ਜਨਰਲ ਸ਼ਬੇਕ ਸਿੰਘ ਨੂੰ ਪੁੱਛਿਆ ਕਿ ਤੁਸੀਂ ਭਾਰਤੀ ਫੌਜ ਨੂੰ ਛੱਡ ਕੇ ਸਿੱਖ ਸਿਆਸਤ ਦੇ ਵਿੱਚ ਕਿਉਂ ਆਏ ਹੋ? ਤੇ ਜਨਰਲ ਸ਼ਬੇਕ ਸਿੰਘ ਹੁਣਾਂ ਨੇ ਹਾਜ਼ਰ ਜਵਾਬੀ ਦੇ ਨਾਲ ਇਹ ਕਿਹਾ ਕਿ ਜੇਕਰ ਜਨਰਲ ਸਪੈਰੋ ਸੇਵਾ ਮੁਕਤ ਹੋਣ ਤੋਂ ਬਾਅਦ ਕਾਂਗਰਸ ਦੇ ਵਿੱਚ ਜਾ ਸਕਦਾ ਹੈ ਤੇ ਕੀ ਮੈਂ ਸਿੱਖ ਸਿਆਸਤ ਦੇ ਵਿੱਚ ਨਹੀਂ ਆ ਸਕਦਾ? ਜਦੋਂ ਉਹਨਾਂ ਨੇ ਅਗਲੇਰੇ ਪ੍ਰੋਗਰਾਮ ਦੇ ਬਾਰੇ ਪੁੱਛਿਆ ਤਾਂ ਜਨਰਲ ਸ਼ਬੇਕ ਸਿੰਘ ਨੇ ਇਹ ਜਵਾਬ ਦਿੱਤਾ ਕਿ ਪਹਿਲਾਂ ਮੈਂ ਲੰਬਾ ਸਮਾਂ ਦੇਸ਼ ਦੀ ਸੇਵਾ ਕੀਤੀ, ਆਪਣਾ ਆਪਾ ਸਮਰਪਿਤ ਕੀਤਾ ਤੇ ਹੁਣ ਕੌਮ ਦੇ ਵਾਸਤੇ ਮੈਂ ਆਪਣਾ ਆਪਾ ਨਿਸ਼ਾਵਰ ਕਰ ਦੇਵਾਂਗਾ। ਇਹ ਗੱਲ ਜ਼ਿਕਰਯੋਗ ਹੈ ਕਿ ਜਨਰਲ ਸ਼ਬੇਕ ਸਿੰਘ ਦਾ ਜੇਕਰ ਅਸੀਂ ਪਰਿਵਾਰਕ ਪਿਛੋਕੜ ਵੇਖੀਏ ਤਾਂ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ ਇੱਕ ਬਾਬਾ ਹਰਦਿਆਲ ਜੀ ਹੋਏ ਨੇ, ਜਿਨ੍ਹਾਂ ਨੇ ਖੰਡੇ ਬਾਟੇ ਦੀ ਪਾਹੁਲ ਲਈ ਤੇ ਉਹਨਾਂ ਦਾ ਨਾਮ ਹਰਦਿਆਲ ਸਿੰਘ ਇਤਿਹਾਸ ਦੇ ਵਿੱਚ ਮਿਲਦਾ ਹੈ। ਉਹਨਾਂ ਦਾ ਪੁੱਤਰ ਸਰਦਾਰ ਹਰਾ ਸਿੰਘ ਤੇ ਸਰਦਾਰ ਹਰਾ ਸਿੰਘ ਦੇ 2 ਪੁੱਤਰ ਸਨ, ਸਰਦਾਰ ਜਗਤ ਸਿੰਘ ਔਰ ਸਰਦਾਰ ਮਹਿਤਾਬ ਸਿੰਘ ਮੀਰਾਂਕੋਟ। ਸਰਦਾਰ ਮਹਿਤਾਬ ਸਿੰਘ ਮੀਰਾਂਕੋਟ ਉਹੀ ਨੇ ਜਿਨ੍ਹਾਂ ਨੇ ਹਰਮੰਦਰ ਸਾਹਿਬ ਦੀ ਬੇਅਦਬੀ ਕਰਨ ਵਾਲੇ ਮੱਸਾ ਰੰਗੜ ਦਾ ਸਿਰ ਆਪਣੇ ਸਾਥੀ ਸੁੱਖਾ ਸਿੰਘ ਮਾੜੀ ਕੰਬੋਕੇ ਦੇ ਨਾਲ ਵੱਢ ਕੇ ਨੇਜੇ ਦੇ ਉੱਪਰ ਟੰਗ ਕੇ ਬੀਕਾਨੇਰ ਲੈ ਕੇ ਗਏ ਸਨ। ਮਹਿਤਾਬ ਸਿੰਘ ਮੀਰਾਂਕੋਟ ਦਾ ਬੇਟਾ ਰਾਏ ਸਿੰਘ ਸੀ ਔਰ ਰਾਏ ਸਿੰਘ ਦਾ ਬੇਟਾ ਸਰਦਾਰ ਰਤਨ ਸਿੰਘ ਭੰਗੂ। ਪਰਿਵਾਰਕ ਕੁਰਸੀਨਾਮੇ ਦੇ ਵਿੱਚ ਹੋਰ ਵੀ ਭਰਾ ਨੇ, ਪਰ ਅਸੀਂ ਇੱਥੋਂ ਤੱਕ ਹੀ ਸੀਮਿਤ ਰਵਾਂਗੇ। ਸਰਦਾਰ ਰਤਨ ਸਿੰਘ ਭੰਗੂ ਦੇ 2 ਬੇਟੇ ਸਨ, ਸਰਦਾਰ ਗੁਰਮੁਖ ਸਿੰਘ ਔਰ ਸਰਦਾਰ ਸਰਮੁਖ ਸਿੰਘ। ਸਰਦਾਰ ਗੁਰਮੁਖ ਸਿੰਘ ਦੇ ਅੱਗੋਂ ਫਿਰ 2 ਬੇਟੇ ਸਨ, ਸਰਦਾਰ ਲਾਲ ਸਿੰਘ ਤੇ ਸਰਦਾਰ ਨੰਦ ਸਿੰਘ। ਤੇ ਸਰਦਾਰ ਨੰਦ ਸਿੰਘ ਦਾ ਜਿਹੜਾ ਪਰਿਵਾਰ ਸੀ ਉਹ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਖਿਆਲੇ ਵਿਖੇ ਆ ਕੇ ਵਸਿਆ, ਇਸ ਕਰਕੇ ਇਸ ਪਿੰਡ ਨੂੰ ਖਿਆਲਾ ਨੰਦ ਸਿੰਘ ਵਾਲਾ ਵੀ ਕਿਹਾ ਜਾਂਦਾ ਸੀ। ਉਹਨਾਂ ਦੇ ਅੱਗੋਂ 4 ਬੇਟੇ ਸਨ, ਜਿਨ੍ਹਾਂ ਦੇ ਵਿੱਚੋਂ ਸਰਦਾਰ ਭਗਵਾਨ ਸਿੰਘ ਸਨ ਤੇ ਸਰਦਾਰ ਭਗਵਾਨ ਸਿੰਘ ਦੇ ਅੱਗੋਂ 4 ਬੱਚੇ ਨੇ, 3 ਬੇਟੇ ਔਰ 1 ਬੇਟੀ, ਔਰ ਇਹਨਾਂ ਦੇ ਵਿੱਚੋਂ ਸਭ ਤੋਂ ਵੱਡੇ ਜਨਰਲ ਸ਼ਬੇਕ ਸਿੰਘ ਸਨ। ਸੋ ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਜਨਰਲ ਸ਼ਬੇਕ ਸਿੰਘ ਦਾ ਸਬੰਧ ਜਿਹੜਾ ਹੈ ਉਸ ਪਰਿਵਾਰ ਦੇ ਨਾਲ ਸੀ ਜਿਸ ਪਰਿਵਾਰ ਨੇ 18ਵੀਂ ਸਦੀ ਦੇ ਵਿੱਚ ਹਰਮੰਦਰ ਸਾਹਿਬ ਦੀ
ਹੋਈ ਬੇਅਦਬੀ ਦਾ ਬਦਲਾ ਮੱਸੇ ਰੰਗੜ ਦਾ ਸਿਰ ਵੱਢ ਕੇ ਲਿਆ ਸੀ। ਜਿੱਥੋਂ ਤੱਕ ਕੁਲਦੀਪ ਬਰਾੜ ਦਾ ਸੰਬੰਧ ਹੈ, ਉਹ ਆਪਣੀ ਕਿਤਾਬ ਆਪਰੇਸ਼ਨ ਬਲੂ ਸਟਾਰ ਦੇ ਵਿੱਚ ਖੁਦ ਮੰਨਦਾ ਹੈ ਕਿ ਜਿਸ ਵੇਲੇ 1950 ਦੇ ਵਿੱਚ ਮੈਂ ਮਿਲਟਰੀ ਅਕੈਡਮੀ ਦੇ ਵਿੱਚ ਵਿਦਿਆਰਥੀ ਸੀ, ਉਸ ਵੇਲੇ ਸ਼ਬੇਕ ਸਿੰਘ ਮੇਰਾ ਉਸਤਾਦ ਸੀ। ਉਸ ਤੋਂ ਬਾਅਦ ਜਦੋਂ ਸ਼ਬੇਕ ਸਿੰਘ ਹੁਣਾਂ ਨੇ ਜਨਰਲ ਜਗਜੀਤ ਸਿੰਘ ਅਰੋੜਾ ਦੀ ਅਗਵਾਈ ਦੇ ਵਿੱਚ ਇੱਕ ਬਹੁਤ ਵੱਡੀ ਭੂਮਿਕਾ ਨਿਭਾਈ ਬੰਗਲਾਦੇਸ਼ ਦੀ ਆਜ਼ਾਦੀ ਦੇ ਵਿੱਚ, ਕਹਿ ਸਕਦੇ ਹਾਂ ਕਿ ਜਿਹੜੀ ਮੁਕਤੀਬਾਨੀ ਫੌਜ ਤਿਆਰ ਕੀਤੀ ਗਈ ਔਰ ਜਿਸ ਮੁਕਤੀਬਾਨੀ ਫੌਜ ਦੇ ਅਹਿਮ ਕਾਰਜਾਂ ਦੇ ਸਦਕਾ ਪਾਕਿਸਤਾਨ ਦੀ ਫੌਜ ਨੇ ਸਭ ਤੋਂ ਵੱਡਾ ਆਤਮ ਸਮਰਪਣ ਜਗਜੀਤ ਸਿੰਘ ਅਰੋੜਾ ਦੇ ਸਾਹਮਣੇ ਕੀਤਾ, ਉਸ ਦੇ ਪਿੱਛੇ ਸਰਦਾਰ ਸ਼ਬੇਕ ਸਿੰਘ ਦੀ ਬਹੁਤ ਵੱਡੀ ਭੂਮਿਕਾ ਸੀ। ਤੇ ਇਸ ਹੀ ਸਮੇਂ ਦੇ ਵਿੱਚ ਜਿਹੜਾ ਕੁਲਦੀਪ ਬਰਾੜ ਹੈ, ਉਹ ਵੀ ਜਗਜੀਤ ਸਿੰਘ ਅਰੋੜਾ ਦੀ ਅਗਵਾਈ ਦੇ ਵਿੱਚ ਸੀ ਤੇ ਸਰਦਾਰ ਸ਼ਬੇਕ ਸਿੰਘ ਵੀ ਕੁਲਦੀਪ ਸਿੰਘ ਅਰੋੜਾ ਦੀ ਅਗਵਾਈ ਦੇ ਵਿੱਚ ਬੰਗਲਾਦੇਸ਼ ਦੇ ਵਿੱਚ ਆਪਣੀ ਭੂਮਿਕਾ ਨਿਭਾ ਰਹੇ ਸਨ। ਸੋ ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਕੁਲਦੀਪ ਬਰਾੜ ਨੇ ਖੁਦ ਆਪਣੀ ਕਿਤਾਬ ਦੇ ਵਿੱਚ ਜ਼ਿਕਰ ਕੀਤਾ ਹੈ ਕਿ ਸ਼ਬੇਕ ਸਿੰਘ ਮੇਰਾ ਦੂਨ ਅਕੈਡਮੀ ਦੇ ਵਿੱਚ ਉਸਤਾਦ ਸੀ ਤੇ ਉਸ ਤੋਂ ਬਾਅਦ ਉਸ ਦੀ ਮੁਲਾਕਾਤ ਬੰਗਲਾਦੇਸ਼ ਦੇ ਵਿੱਚ ਹੋਈ ਤੇ ਤੀਜੀ ਮੁਲਾਕਾਤ ਹੁਣ ਇਸ ਹਿੰਦ ਪੰਜਾਬ ਦੇ ਜੰਗ ਦੇ ਵਿੱਚ ਹੋਣੀ ਸੀ। ਕੁਲਦੀਪ ਬਰਾੜ ਜਦੋਂ ਅੰਮ੍ਰਿਤਸਰ ਪਹੁੰਚਿਆ ਤਾਂ ਇਸ ਨੇ ਹਰਮੰਦਰ ਸਾਹਿਬ ਕੰਪਲੈਕਸ ਦੇ ਨਕਸ਼ੇ ਦੇ ਉੱਪਰ ਜਦੋਂ ਸਾਰਾ ਖਾਕਾ ਤਿਆਰ ਕਰਕੇ ਅੰਮ੍ਰਿਤਸਰ ਐਡਮਿਨਿਸਟ੍ਰੇਸ਼ਨ ਦੇ ਨਾਲ ਸਾਂਝਾ ਕੀਤਾ ਤਾਂ ਉਸ ਵੇਲੇ ਇਸ ਨੇ ਕਿਹਾ ਕਿ ਜਦੋਂ ਫੌਜਾਂ ਹਮਲਾ ਕਰਦੀਆਂ ਨੇ ਜਾਂ ਫਿਰ ਅਸੀਂ ਕਾਰਵਾਈ ਕਰਾਂਗੇ ਤਾਂ ਉਸ ਵੇਲੇ ਭਿੰਡਰਾਂਵਾਲਾ ਆਪਣੇ ਆਪ ਹੀ ਹੱਥ ਖੜੇ ਕਰਕੇ ਬਾਹਰ ਆ ਜਾਵੇਗਾ। ਐਡਮਿਨਿਸਟ੍ਰੇਸ਼ਨ ਦੇ ਅਫਸਰਾਂ ਦੇ ਵਿੱਚ ਬੈਠੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਰਦਾਰ ਗੁਰਦੇਵ ਸਿੰਘ ਬਰਾੜ ਨੇ ਕਿਹਾ, ਇਹ ਤੁਹਾਡੀ ਬੜੀ ਵੱਡੀ ਭੁੱਲ ਹੈ। ਉਹ ਕਦੀ ਵੀ ਗੋਡੇ ਨਹੀਂ ਟੇਕੇਗਾ, ਉਹ ਕਦੀ ਵੀ ਆਤਮ ਸਮਰਪਣ ਨਹੀਂ ਕਰੇਗਾ। ਹੀ ਵਿਲ ਨਾਟ ਗਿਵ ਅਪ। ਖੈਰ 3 ਜੂਨ ਨੂੰ ਇਹ ਸਾਰਾ ਘਟਨਾਕ੍ਰਮ ਜਿਹੜਾ ਸੀ ਫੌਜੀ ਹੈੱਡਕੁਆਰਟਰ ਦੇ ਵਿੱਚ ਵਾਪਰ ਰਿਹਾ ਸੀ ਤੇ 3 ਜੂਨ ਨੂੰ ਕੁਲਦੀਪ ਬਰਾੜ ਨੇ BSF ਦੇ DIG ਸਰਦਾਰ ਗੁਰਦਿਆਲ ਸਿੰਘ ਪੰਧੇਰ ਨੂੰ ਕਿਹਾ ਕਿ ਤੁਸੀਂ BSF ਨੂੰ ਕਹੋ ਕਿ ਉਹ ਹਰਮੰਦਰ ਸਾਹਿਬ ਦੇ ਉੱਪਰ ਜਿਹੜੇ ਖਾੜਕੂਆਂ ਦੇ ਮੋਰਚੇ ਨੇ ਉਹਨਾਂ ਦੇ ਉੱਪਰ ਕਾਰਵਾਈ ਕਰਨ, ਭਾਵ ਕਿ ਗੋਲਾਬਾਰੀ ਕਰਨ, ਜਿਸ ਤੋਂ ਸਰਦਾਰ ਪੰਧੇਰ ਨੇ ਇਨਕਾਰ ਕਰ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਜਿੰਨਾ ਚਿਰ ਤੱਕ ਮੈਨੂੰ ਲਿਖਤੀ ਆਰਡਰ ਨਹੀਂ ਮਿਲਦੇ ਉਹਨਾਂ ਚਿਰ ਤੱਕ ਮੈਂ ਇਹ ਕਾਰਵਾਈ ਨਹੀਂ ਕਰ ਸਕਦਾ, ਭਾਵੇਂ ਕਿ ਇਸ ਤੋਂ ਬਾਅਦ ਉਹਨਾਂ ਨੂੰ ਬਹੁਤ ਸਾਰੀ ਆਪਣੇ ਮਹਿਕਮੇ ਦੀ ਤਫਤੀਸ਼ ਦਾ ਸਾਹਮਣਾ ਵੀ ਕਰਨਾ ਪਿਆ। ਖੈਰ ਇਹ ਇੱਕ ਵੱਖਰਾ ਵਿਸ਼ਾ ਹੈ। 3 ਜੂਨ ਨੂੰ ਜਿਹੜੀ 12 ਬਿਹਾਰ ਰੈਜੀਮੈਂਟ ਸੀ ਉਸ ਨੇ ਹਰਮੰਦਰ ਸਾਹਿਬ ਦੇ ਆਲੇ ਦੁਆਲੇ ਦੀਆਂ ਇਮਾਰਤਾਂ ਜਿਹੜੀਆਂ ਸੀ ਉਹਨਾਂ ਵਿੱਚ ਜਿਹੜੇ CRP ਨੇ ਮੋਰਚੇ ਬਣਾਏ ਸੀ ਉਹਨਾਂ ਨੂੰ ਸੰਭਾਲ ਲਿਆ। ਹਮਲੇ ਦੇ ਵਾਸਤੇ 10 ਗਾਰਡ, 26 ਮਦਰਾਸ, 12 ਬਿਹਾਰ ਔਰ 9 ਕੁਮਾਊਂ ਰੈਜੀਮੈਂਟ ਬਿਲਕੁਲ ਤਿਆਰ ਸੀ। 3 ਜੂਨ ਨੂੰ ਹੀ ਸਭ ਤੋਂ ਪਹਿਲਾਂ ਲੈਫਟੀਨੈਂਟ ਕਰਨਲ KS ਰੰਧਾਵਾ ਆਲੇ ਦੁਆਲੇ ਤੋਂ ਹਰਮੰਦਰ ਸਾਹਿਬ ਦੇ ਬਣਾਏ ਹੋਏ ਸਾਰੇ ਮੋਰਚਿਆਂ ਦੀ ਖੁਫੀਆ ਰਿਪੋਰਟ ਲੈ ਕੇ ਕੁਲਦੀਪ ਸਿੰਘ ਬਰਾੜ ਦੇ ਕੋਲ ਆਏ। ਉਸ ਤੋਂ ਬਾਅਦ ਕੈਪਟਨ ਜਸਬੀਰ ਸਿੰਘ ਰੈਣਾ ਇੱਕ ਸਿੱਖ ਸ਼ਰਧਾਲੂ ਦੇ ਭੇਸ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਗਿਆ ਔਰ ਮੋਰਚਿਆਂ ਦੀ ਖੁਫੀਆ ਤੌਰ ਤੇ ਜਾਣਕਾਰੀ ਲਿਆ ਕੇ ਸਾਰੀ ਕੁਲਦੀਪ ਸਿੰਘ ਬਰਾੜ ਦੇ ਨਾਲ ਸਾਂਝੀ ਕੀਤੀ। ਸੋ ਇਹ ਸਾਰੀ ਜਾਣਕਾਰੀ ਜਿਹੜੀ ਸੀ ਇਹ ਹੈੱਡਕੁਆਰਟਰ ਦੇ ਵਿੱਚ ਪਹੁੰਚ ਰਹੀ ਸੀ ਔਰ ਇਸੇ ਹੈੱਡਕੁਆਰਟਰ ਦੇ ਵਿੱਚ 3 ਜੂਨ ਨੂੰ ਪੱਛਮੀ ਕਮਾਂਡ ਦੇ ਮੁਖੀ K ਸੁੰਦਰ ਜੀ ਔਰ ਗਵਰਨਰ ਦੇ ਨਿਯੁਕਤ ਕੀਤੇ ਗਏ ਸਲਾਹਕਾਰ ਰਣਜੀਤ ਸਿੰਘ ਦਿਆਲ ਵੀ ਉੱਥੇ ਆ ਗਏ ਔਰ 3 ਜੂਨ ਨੂੰ ਇਹ ਸਾਰੀਆਂ ਫੌਜੀ ਤਿਆਰੀਆਂ ਜਿਹੜੀਆਂ ਸੀ ਇਹ ਮੁਕੰਮਲ ਕਰ ਲਈਆਂ ਗਈਆਂ। ਦੂਸਰੇ ਪਾਸੇ ਅੰਦਰ ਜਨਰਲ ਸ਼ਬੇਕ ਸਿੰਘ ਹੁਣਾਂ ਨੇ ਵੀ ਆਪਣੀ ਵਿਉਂਤਬੰਦੀ ਔਰ ਯੁੱਧ ਨੀਤੀ ਦੇ ਅਨੁਸਾਰ ਸਾਰੇ ਮੋਰਚਿਆਂ ਨੂੰ ਪੱਕਾ ਕਰ ਲਿਆ। ਸੁਭਾਸ਼ ਕਰਪੇਕਰ ਖੁਦ ਦੱਸਦਾ ਹੈ ਕਿ ਜਨਰਲ ਸ਼ਬੇਕ ਸਿੰਘ ਆਪਣੇ ਹੱਥ ਵਿੱਚ
ਦੂਰਬੀਨ ਲੈ ਕੇ ਵੱਖ-ਵੱਖ ਮੋਰਚਿਆਂ ਦੇ ਵਿੱਚ ਜਾ ਕੇ ਫੌਜ ਦੀਆਂ ਸਰਗਰਮੀਆਂ ਦੇ ਉੱਪਰ ਨਜ਼ਰ ਰੱਖ ਰਹੇ ਸਨ। ਸੋ ਇਸ ਤਰ੍ਹਾਂ ਦੇ ਨਾਲ 3 ਜੂਨ ਦੀ ਜਿਹੜੀ ਸੀ ਉਹ ਰਾਤ ਪੈ ਗਈ। 3 ਤਰੀਕ ਨੂੰ ਦੋਵੇਂ ਪਾਸੇ ਤੋਂ ਪੂਰਨ ਤੌਰ ਤੇ ਤਿਆਰੀਆਂ ਹੋ ਚੁੱਕੀਆਂ ਸਨ। 3 ਦੀ ਰਾਤ ਨੂੰ ਦੂਰਦਰਸ਼ਨ ਉੱਪਰ ਖਬਰਾਂ ਆ ਗਈਆਂ ਕਿ ਪੰਜਾਬ ਦੇ ਵਿੱਚ 36 ਘੰਟੇ ਦੇ ਵਾਸਤੇ ਕਰਫਿਊ ਲਾਗੂ ਕਰ ਦਿੱਤਾ ਗਿਆ ਹੈ। 3 ਜੂਨ ਦੀ ਰਾਤ ਤਕਰੀਬਨ ਰੁਕ ਕੇ ਗੋਲੀਬਾਰੀ ਹੁੰਦੀ ਰਹੀ ਔਰ 3 ਤਰੀਕ ਦੀ ਰਾਤ ਨੂੰ ਹੀ ਫੌਜ ਦੇ ਵੱਲੋਂ ਜਿਹੜੀਆਂ ਆਪਣੀਆਂ ਪਲਟਨਾਂ ਨੂੰ ਜਿਸ ਜਗ੍ਹਾ ਦੇ ਉੱਪਰ ਤਾਇਨਾਤ ਹੋਣ ਦਾ ਹੁਕਮ ਦਿੱਤਾ ਗਿਆ ਸੀ, ਉਹਨਾਂ ਰੈਜੀਮੈਂਟਾਂ ਨੇ ਉਹਨਾਂ ਜਗ੍ਹਾ ਦੇ ਉੱਪਰ ਤਾਇਨਾਤ ਹੋਣਾ ਸ਼ੁਰੂ ਕਰ ਦਿੱਤਾ। ਬੇਸ਼ੱਕ ਕਿ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਦੀਆਂ ਇਮਾਰਤਾਂ ਦੇ ਉੱਪਰ ਪਹਿਲਾਂ ਹੀ CRPF ਤੇ BSF ਦੇ ਵੱਲੋਂ ਮੋਰਚਾਬੰਦੀ ਕੀਤੀ ਗਈ ਸੀ, ਪਰ ਹੁਣ ਉੱਥੇ ਉਹਨਾਂ ਵੱਲੋਂ ਬਣਾਏ ਗਏ ਮੋਰਚਿਆਂ ਦੇ ਵਿੱਚ ਫੌਜ ਨੇ ਆਉਣਾ ਸ਼ੁਰੂ ਕਰ ਦਿੱਤਾ। ਫੌਜ ਦੇ ਵੱਲੋਂ ਉਹਨਾਂ ਮੋਰਚਿਆਂ ਦੇ ਵਿੱਚੋਂ ਦਰਬਾਰ ਸਾਹਿਬ ਕੰਪਲੈਕਸ ਦੇ ਵੱਲ ਗੋਲੀ ਚਲਾਈ ਜਾ ਰਹੀ ਸੀ। ਇਸ ਗੋਲੀ ਚਲਾਉਣ ਦਾ ਨਿਸ਼ਾਨਾ ਇਹ ਸੀ ਕਿ ਹਰਿਮੰਦਰ ਸਾਹਿਬ ਦੇ ਅੰਦਰ ਖਾੜਕੂ ਅੰਦਰੋਂ ਫਾਇਰਿੰਗ ਕਰਨ ਤੇ ਫੌਜ ਦੇ ਅਫਸਰਾਂ ਨੂੰ ਇਹ ਪਤਾ ਲੱਗ ਸਕੇ ਕਿ ਕਿਸ ਮੋਰਚੇ ਦੇ ਵਿੱਚੋਂ ਗੋਲੀ ਚੱਲਦੀ ਹੈ, ਕਿਸ ਤਰ੍ਹਾਂ ਦੇ ਹਥਿਆਰ ਦੀ ਗੋਲੀ ਚੱਲਦੀ ਹੈ, ਤੇ ਉਸ ਦੇ ਮੁਤਾਬਕ ਫੌਜ ਉਹਨਾਂ ਦੇ ਨਾਲ ਨਜਿੱਠਣ ਦੀ ਆਪਣੀ ਅਗਲੀ ਰਣਨੀਤੀ ਤੈਅ ਕਰ ਸਕੇ। ਪਰੰਤੂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਅਤੇ ਰਣਨੀਤੀ ਦੇ ਮਹਾਨ ਜਰਨੈਲ ਜਨਰਲ ਸ਼ਬੇਕ ਸਿੰਘ ਦੀ ਅਗਵਾਈ ਦੇ ਵਿੱਚ ਬੇਸ਼ੱਕ ਅੰਦਰਲੇ ਸਿੰਘਾਂ ਨੂੰ ਵੱਖ-ਵੱਖ ਮੋਰਚਿਆਂ ਦੇ ਵਿੱਚ ਹਥਿਆਰ ਦੇ ਕੇ ਉਹਨਾਂ ਨੂੰ ਤਾਇਨਾਤ ਕਰ ਦਿੱਤਾ ਸੀ, ਪਰ ਨਾਲ ਹੀ ਇਹ ਤਾਕੀਦ ਵੀ ਜ਼ਰੂਰੀ ਕਰ ਦਿੱਤੀ ਗਈ ਸੀ ਕਿ ਉਹਨਾਂ ਨੇ ਗੋਲੀ ਨਹੀਂ ਚਲਾਉਣੀ ਜਦੋਂ ਤੱਕ ਕਿ ਫੌਜ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਨਹੀਂ ਕਰਦੀ। ਸੋ ਬੇਸ਼ੱਕ 3 ਜੂਨ ਦੀ ਰਾਤ ਨੂੰ ਫੌਜ ਦੇ ਵੱਲੋਂ ਔਰ ਨੀਮ ਫੌਜੀ ਦਲਾਂ ਦੇ ਵੱਲੋਂ ਰੁਕ ਕੇ ਮਸ਼ੀਨ ਗੰਨਾਂ ਦੀ ਔਰ ਰਾਈਫਲਾਂ ਦੀ ਫਾਇਰਿੰਗ ਹੁੰਦੀ ਰਹੀ, ਪਰ ਸਿੰਘਾਂ ਨੇ ਬਹੁਤ ਜ਼ਿਆਦਾ ਇਸ ਦਾ ਜਵਾਬ ਨਾ ਦਿੱਤਾ, ਸਗੋਂ ਜਿੰਨੀ ਕੁ ਲੋੜ ਸੀ ਉਨੀ ਕੁ ਹੀ ਬੜੇ ਹਲਕੇ ਹਥਿਆਰਾਂ ਦੇ ਨਾਲ ਉਹਨਾਂ ਦਾ ਜਵਾਬ ਦਿੱਤਾ ਗਿਆ। ਕੁਲਦੀਪ ਬਰਾੜ ਦੀ ਅਗਵਾਈ ਦੇ ਵਿੱਚ ਦਰਬਾਰ ਸਾਹਿਬ ਦੇ ਨੇੜੇ ਹੀ ਇੱਕ ਉੱਚੀ ਮੰਜ਼ਿਲ ਦੇ ਉੱਪਰ ਇੱਕ ਫੌਜੀ ਹੈੱਡਕੁਆਟਰ ਸਥਾਪਿਤ ਕੀਤਾ ਗਿਆ, ਜਿੱਥੋਂ ਕਿ ਇਸ ਸਾਰੇ ਹਮਲੇ ਦੇ ਉੱਪਰ ਪੂਰੀ ਤਰ੍ਹਾਂ ਦੇ ਨਾਲ ਨਜ਼ਰ ਰੱਖੀ ਜਾ ਸਕੇ। ਇੱਕ ਦਰਬਾਰ ਸਾਹਿਬ ਦਾ ਨਕਸ਼ਾ ਬਣਾ ਕੇ ਸਾਰੀਆਂ ਹੀ ਫੌਜੀ ਪਲਟਨਾਂ ਨੂੰ ਇਹ ਸਮਝਾ ਦਿੱਤਾ ਗਿਆ ਕਿ ਕਿਸ ਪਾਸੇ ਤੋਂ ਕਿਸ ਪਲਟਨ ਨੇ ਜਾਂ ਰੈਜੀਮੈਂਟ ਨੇ ਹਰਿਮੰਦਰ ਸਾਹਿਬ ਦੇ ਅੰਦਰ ਦਾਖਲ ਹੋਣਾ ਹੈ ਅਤੇ ਕਿਹੜੀ ਜ਼ਿੰਮੇਵਾਰੀ ਉਹਨਾਂ ਨੇ ਨਿਭਾਉਣੀ ਹੈ। ਹਰਿਮੰਦਰ ਸਾਹਿਬ ਦਾ ਉੱਤਰ ਵਾਲਾ ਪਾਸਾ, ਜਿਸ ਪਾਸੇ ਕਿ ਚੌਂਕ ਘੰਟਾ ਘਰ ਹੈ, ਜਲਿਆਂਵਾਲੇ ਬਾਗ ਤੋਂ ਅੰਦਰ ਨੂੰ ਆਉਂਦਿਆਂ ਉਸ ਪਾਸੇ ਦੀ ਜ਼ਿੰਮੇਵਾਰੀ 10 ਗਾਰਡਸ ਨੂੰ ਦਿੱਤੀ ਗਈ ਕਿ ਉਹਨਾਂ ਨੇ ਇਸ ਪਾਸੇ ਤੋਂ ਅੰਦਰ ਦਾਖਲ ਹੋ ਕੇ ਅਕਾਲ ਤਖਤ ਸਾਹਿਬ ਵੱਲ ਨੂੰ ਵਧਣਾ ਹੈ, ਜੋ ਕਿ ਪੱਛਮ ਵਾਲੇ ਪਾਸੇ ਸੀ। ਦੂਸਰੇ ਪਾਸੇ 12 ਬਿਹਾਰ ਰੈਜੀਮੈਂਟ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਕਿ ਉਹਨਾਂ ਨੇ ਸਾਰਾ ਆਲਾ ਦੁਆਲਾ ਹਰਿਮੰਦਰ ਸਾਹਿਬ ਪਰਿਸਰ ਦਾ ਜਿਹੜਾ ਹੈ ਉਸ ਦੀ ਘੇਰਾਬੰਦੀ ਬਹੁਤ ਹੀ ਸਖਤ ਰੂਪ ਦੇ ਵਿੱਚ ਕਰਨੀ ਹੈ ਕਿ ਕੋਈ ਵੀ ਸਿੱਖ ਹਰਿਮੰਦਰ ਸਾਹਿਬ ਦੇ ਵਿੱਚੋਂ ਬਚ ਕੇ ਬਾਹਰ ਨਾ ਜਾ ਸਕੇ। ਉਸ ਤੋਂ ਬਾਅਦ ਜਿਹੜਾ ਲੰਗਰ ਹਾਲ ਵਾਲਾ ਪਾਸਾ ਇਲਾਕਾ ਹੈ, ਜਿਸ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਫ਼ਤਰ, ਤੇਜਾ ਸਿੰਘ ਸਮੁੰਦਰੀ ਹਾਲ ਔਰ ਇਸ ਤੋਂ ਇਲਾਵਾ
ਗੁਰੂ ਰਾਮਦਾਸ ਸਰਾਂ ਔਰ ਬਾਬਾ ਅਟਲ ਵਾਲਾ ਪਾਸਾ। ਜ਼ਿਕਰਯੋਗ ਹੈ ਕਿ ਇਸ ਪਾਸੇ ਦੀ ਜਿਹੜੀ ਸਾਰੀ ਜ਼ਿੰਮੇਵਾਰੀ ਹੈ ਇੱਕ ਤਾਂ 9 ਕਮਾਊਂ ਰੈਜੀਮੈਂਟ ਨੂੰ ਦਿੱਤੀ ਗਈ ਕਿ ਉਹਨਾਂ ਨੇ ਇਸ ਇਲਾਕੇ ਦੇ ਵਿੱਚ ਕਬਜ਼ਾ ਕਰਨਾ ਹੈ ਔਰ ਜਿਹੜੀ ਮੋਰਚਾਬੰਦੀ ਇਸ ਪਾਸੇ ਹੈ ਉਸ ਨੂੰ ਖਤਮ ਕਰਨਾ ਹੈ। ਤੇ ਇਸ ਦੇ ਬਿਲਕੁਲ ਵਿਚਕਾਰ ਵਾਲੀ ਸੜਕ ਜਿਹੜੀ ਇਹਨਾਂ ਸਰਾਵਾਂ ਦੇ ਔਰ ਲੰਗਰ ਹਾਲ ਦੇ ਵਿਚਕਾਰ ਹੈ, ਉੱਥੋਂ ਦੀ 26 ਮਦਰਾਸ ਨੇ ਅੰਦਰ ਦਾਖਲ ਹੋਣਾ ਹੈ, ਜਿਹੜੀ ਕਿ ਪੂਰਬ ਵਾਲੀ ਬਾਹੀ ਹੈ। ਸੋ ਉੱਤਰ ਵਾਲੀ ਬਾਹੀ ਵਾਲੇ ਪਾਸੇ 10 ਗਾਰਡਸ ਨੂੰ ਤੈਨਾਤ ਕਰ ਦਿੱਤਾ ਗਿਆ। 26 ਮਦਰਾਸ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਕਿ ਉਹਨਾਂ ਨੇ ਲੰਗਰ ਵਾਲੇ ਪਾਸੇ ਤੋਂ ਦਾਖਲ ਹੋ ਕੇ ਹਰਿਮੰਦਰ ਸਾਹਿਬ ਦੇ ਪੂਰਬ ਵਾਲੇ ਪਾਸਿਓਂ ਅੰਦਰ ਦਾਖਲ ਹੋ ਕੇ ਦੋਹਾਂ ਪਾਸਿਆਂ ਨੂੰ ਫੈਲ ਜਾਣਾ ਹੈ, ਭਾਵ ਕਿ ਦੱਖਣ ਵਾਲੇ ਪਾਸੇ ਔਰ ਉੱਤਰ ਵਾਲੇ ਪਾਸੇ। ਉਸ ਤੋਂ ਬਾਅਦ ਜਿਹੜਾ ਹਰਿਮੰਦਰ ਸਾਹਿਬ ਦਾ ਦੱਖਣੀ ਇਲਾਕਾ ਹੈ, ਜਿੱਧਰ ਬਾਬਾ ਦੀਪ ਸਿੰਘ ਹੁਣਾਂ ਦਾ ਸ਼ਹੀਦਗੰਜ ਹੈ, ਉਸ ਪਾਸੇ ਦੀ ਜ਼ਿੰਮੇਵਾਰੀ 15 ਕਮਾਊਂ ਰੈਜੀਮੈਂਟ ਔਰ 9 ਗੜਵਾਲ ਰਾਈਫਲ ਨੂੰ ਦਿੱਤੀ ਗਈ ਕਿ ਉਹਨਾਂ ਨੇ ਉਸ ਪਾਸਿਓਂ ਆਟਾ ਮੰਡੀ ਦੇ ਇਲਾਕੇ ਵਾਲੇ ਪਾਸਿਓਂ ਅੰਦਰ ਦਾਖਲ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਵਾਲੇ ਪਾਸੇ ਵਧਣਾ ਹੈ। ਸੋ ਇਹਨਾਂ ਸਾਰਿਆਂ ਪਾਸਿਆਂ ਤੋਂ ਇਹ ਜਿਹੜੀ ਸੀ ਇਹ ਘੇਰਾਬੰਦੀ ਕਰ ਦਿੱਤੀ ਗਈ ਕਿ ਇਹਨਾਂ ਸਾਰੇ ਇਲਾਕਿਆਂ ਤੋਂ ਪੂਰਬ ਵਾਲੇ ਪਾਸੇ ਤੋਂ, ਪੱਛਮ ਵਾਲੇ ਪਾਸੇ ਤੋਂ ਔਰ ਉੱਤਰ ਵਾਲੇ ਪਾਸੇ ਤੋਂ, ਇਹਨਾਂ ਸਾਰਿਆਂ ਪਾਸਿਆਂ ਤੋਂ ਸੋ ਫੌਜ ਦੀ ਇਹ ਜਿਹੜੀ ਨੀਤੀ ਸੀ ਤਿਆਰ ਕਰ ਦਿੱਤੀ ਗਈ ਕਿ ਫੌਜ ਨੇ 3 ਪਾਸਿਆਂ ਤੋਂ ਅੰਦਰ ਦਾਖਲ ਹੋ ਕੇ ਅਕਾਲ ਤਖਤ ਸਾਹਿਬ ਦਾ ਜਿਹੜਾ ਮੁੱਖ ਕਹਿ ਸਕਦੇ ਹੋ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਅਗਵਾਈ ਦੇ ਵਿੱਚ ਮੁੱਖ ਕੇਂਦਰ ਸੀ, ਉਸ ਪਾਸੇ ਪਹੁੰਚਣਾ ਹੈ ਕਿ ਸਾਹਮਣੇ ਪਾਸੇ ਤੋਂ ਜਿਹੜਾ ਕਿ ਪੂਰਬ ਦਾ ਇਲਾਕਾ ਸੀ ਉੱਥੋਂ 26 ਮਦਰਾਸ ਰੈਜੀਮੈਂਟ, ਉੱਤਰ ਵਾਲੇ ਪਾਸੇ ਤੋਂ 10 ਗਾਰਡਸ ਤੇ ਦੱਖਣ ਵਾਲੇ ਪਾਸੇ ਤੋਂ 15 ਕਮਾਊਂ ਔਰ 9 ਗੜਵਾਲ ਰਾਈਫਲ ਨੇ ਅੰਦਰ ਦਾਖਲ ਹੋਣਾ ਹੈ। ਦੂਸਰੇ ਪਾਸੇ ਯੁੱਧ ਨੀਤੀ ਦੇ ਮਹਾਨ ਜਨਰਲ ਸ਼ਬੇਕ ਸਿੰਘ ਦੀ ਅਗਵਾਈ ਦੇ ਵਿੱਚ ਵੀ ਜਿਹੜੀ ਅੰਦਰੂਨੀ ਮੋਰਚਾਬੰਦੀ ਕੀਤੀ ਗਈ ਉਹ ਬੜੀ ਅਹਿਮ ਸੀ। ਬੇਸ਼ੱਕ ਕਿ ਉਸ ਮੋਰਚਾਬੰਦੀ ਦੇ ਨਾਲ ਇਹ ਸਾਰਾ ਜਿਹੜਾ ਜੰਗ ਹੈ ਕਿਸ ਤਰ੍ਹਾਂ ਲੜਿਆ ਗਿਆ ਉਸ ਦਾ ਜ਼ਿਕਰ ਅਸੀਂ ਅਗਲੇ ਹਿੱਸਿਆਂ ਦੇ ਵਿੱਚ ਕਰਾਂਗੇ, ਪਰ ਫਿਲਹਾਲ ਇੰਨਾ ਦੱਸਣਾ ਜ਼ਰੂਰੀ ਹੈ ਕਿ ਜਿਹੜੀਆਂ ਇਮਾਰਤਾਂ ਜਿਸ ਪਾਸੇ 9 ਕਮਾਊਂ ਰੈਜੀਮੈਂਟ ਨੇ ਦਾਖਲ ਹੋਣਾ ਸੀ ਔਰ ਸਾਰੇ ਬਾਹਰ ਵਾਲੇ ਇਲਾਕੇ ਨੂੰ 12 ਬਿਹਾਰ ਰੈਜੀਮੈਂਟ ਨੇ ਘੇਰਾ ਪਾਇਆ ਹੋਇਆ ਸੀ, ਉਸ ਪਾਸੇ ਚਾਹੇ ਉਹ ਗੁਰੂ ਨਾਨਕ ਨਿਵਾਸ ਸੀ, ਗੁਰੂ ਰਾਮਦਾਸ ਸਰਾਂ ਸੀ, ਤੇਜਾ ਸਿੰਘ ਸਮੁੰਦਰੀ ਹਾਲ ਸੀ ਔਰ ਬਾਬਾ ਅਟਲ ਸੀ। ਇਸ ਪਾਸੇ ਬੱਬਰ ਖਾਲਸਾ ਦੇ ਸਿੰਘਾਂ ਦੇ ਮੋਰਚੇ ਸਨ। ਇਸ ਤੋਂ ਅੰਦਰ ਜਿਸ ਪਾਸਿਓਂ 26 ਮਦਰਾਸ ਨੇ ਅੰਦਰ ਦਾਖਲ ਹੋਣਾ ਸੀ, ਉਸ ਪਾਸੇ ਜਿਹੜੇ 2 ਵੱਡੇ ਬੁੰਗੇ ਸੀ ਉਹਨਾਂ ਦੇ ਦਮਦਮੀ ਟਕਸਾਲ ਔਰ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਨਾਲ ਸੰਬੰਧਿਤ ਸੂਰਮੇ ਜਿਹੜੇ ਸੀ ਉਹਨਾਂ ਨੇ ਮੋਰਚਾਬੰਦੀ ਕੀਤੀ ਹੋਈ ਸੀ। ਲੰਗਰ ਹਾਲ ਦੀ ਇਮਾਰਤ ਦੇ ਉੱਪਰ ਬਾਬਾ ਠਾਰਾ ਸਿੰਘ ਤੇ ਉਹਨਾਂ ਦੇ ਸਾਥੀ ਮੋਰਚਾ ਸੰਭਾਲ ਕੇ ਬੈਠੇ ਸਨ। ਜਦੋਂ ਲੰਗਰ ਵਾਲੇ ਪਾਸੇ ਤੋਂ ਅੰਦਰ ਆਈਦਾ ਤੇ ਬ੍ਰਹਮ ਬੂਟਾ ਅਖਾੜਾ ਦੇ ਨਾਲ ਹੇਠਲੀ ਮੰਜ਼ਿਲ ਦੇ ਵਿੱਚ ਭਾਈ ਮੇਜਰ ਸਿੰਘ ਨਾਗੋਕੇ ਆਪਣੇ ਸਾਥੀਆਂ ਦੇ ਨਾਲ ਸਨ। ਜਦੋਂ ਅਸੀਂ ਉੱਤਰ ਵਾਲੇ ਪਾਸੇ ਦੀ ਗੱਲ ਕਰਦੇ ਹਾਂ, ਜਿਸ ਪਾਸੇ ਤੋਂ 10 ਗਾਰਡਸ ਨੇ ਹਰਿਮੰਦਰ ਸਾਹਿਬ ਦੇ ਅੰਦਰ ਦਾਖਲ ਹੋਣਾ ਸੀ, ਉੱਥੇ ਭਾਈ ਸਤਿੰਦਰ ਸਿੰਘ ਪੀਟੀ ਦੀ ਅਗਵਾਈ ਦੇ ਵਿੱਚ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਨੌਜਵਾਨ ਸਨ। ਹੁਣ ਜਦੋਂ ਅਸੀਂ ਦੱਖਣ ਵਾਲੇ ਪਾਸੇ ਦੀ ਗੱਲ ਕਰਦੇ ਹਾਂ ਤਾਂ ਜਿਸ ਜਗ੍ਹਾ ਦੇ ਉੱਪਰ ਬਾਬਾ ਦੀਪ ਸਿੰਘ ਹੁਣਾਂ ਦਾ ਸ਼ਹੀਦਗੰਜ ਹੈ, ਉਸ ਇਲਾਕੇ ਦੇ ਵਿੱਚ ਮੋਰਚਾਬੰਦੀ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਭਾਈ ਮੋਹਰ ਸਿੰਘ ਹੁਣਾਂ ਦੀ ਸੀ ਔਰ ਉਹ ਆਪਣੇ ਸਾਥੀਆਂ ਦੇ ਨਾਲ ਉਸ ਮੋਰਚੇ ਦੇ ਉੱਪਰ ਡਟੇ ਹੋਏ ਸਨ। ਉਸ ਤੋਂ ਥੋੜਾ ਅੱਗੇ ਆ ਕੇ ਜਿਹੜੀ ਸ਼ਬੀਲ ਹੈ ਨੁੱਕਰ ਦੇ ਵਿੱਚ, ਉਹਦੀ ਨਾਲ ਵਾਲੀਆਂ ਇਮਾਰਤਾਂ ਜਿਹੜੀਆਂ ਨੇ ਉਹਨਾਂ ਦੀ ਜ਼ਿੰਮੇਵਾਰੀ ਭਾਈ ਰਿਸ਼ਪਾਲ ਸਿੰਘ ਪੀਏ ਦੇ ਕੋਲ ਸੀ। ਉਸ ਤੋਂ ਅੱਗੇ ਆ ਕੇ ਅਕਾਲ ਤਖਤ ਸਾਹਿਬ ਦੇ ਨਾਲ ਵਾਲੀ ਜਿਹੜੀ ਲਾਲ ਇਮਾਰਤ ਹੈ, ਉਹ ਮੋਰਚਾਬੰਦੀ ਬੜੀ ਅਹਿਮ ਸੀ। ਉਸ ਮੋਰਚਾਬੰਦੀ ਦੇ ਵਿੱਚ ਜਿੱਥੇ ਦਮਦਮੀ ਟਕਸਾਲ ਦੇ ਨਾਲ ਸੰਬੰਧਿਤ ਭਾਈ ਨਰਿੰਦਰ ਸਿੰਘ ਉਰਫ ਭਾਈ ਕਾਬਲ ਸਿੰਘ ਤੇ ਉਹਨਾਂ ਦੇ ਨਾਲ ਦੇ ਹੋਰ ਸੂਰਮੇ ਸਨ, ਉਹਨਾਂ ਦੇ ਨਾਲ ਹੀ ਉਸ ਜਗ੍ਹਾ ਦੇ ਉੱਪਰ ਜਨਰਲ ਸ਼ਬੇਕ ਸਿੰਘ ਵੀ ਇਹਨਾਂ ਸਾਰੇ ਮੋਰਚਿਆਂ ਦੀ ਦੇਖ ਰੇਖ ਕਰ ਰਹੇ ਸਨ।
ਅਕਾਲ ਤਖਤ ਸਾਹਿਬ ਜਿਹੜਾ ਕਿ ਪੱਛਮ ਵਾਲੇ ਪਾਸੇ ਪੈਂਦਾ ਹੈ, ਉਸ ਦੀਆਂ ਪਿਛਲੀਆਂ ਇਮਾਰਤਾਂ ਦੇ ਵਿੱਚ ਭਾਈ ਰਸਾਲ ਸਿੰਘ ਆਪਣੇ ਸਾਥੀਆਂ ਦੇ ਨਾਲ ਮੋਰਚਾਬੰਦੀ ਦੇ ਵਿੱਚ ਸਨ। ਸੋ ਦੋਹਾਂ ਪਾਸਿਆਂ ਦੇ ਉੱਪਰੋਂ ਇਸ ਤਰ੍ਹਾਂ ਦੀ ਜਿਹੜੀ ਸੀ ਉਹ ਤਿਆਰੀ ਹੋ ਚੁੱਕੀ ਸੀ। ਬਾਹਰੋਂ 12 ਬਿਹਾਰ ਰੈਜੀਮੈਂਟ ਨੇ ਸਾਰਾ ਇਲਾਕਾ ਘੇਰਿਆ ਹੋਇਆ ਸੀ, ਕਿਉਂਕਿ ਕੁਲਦੀਪ ਬਰਾੜ ਦੇ ਮੁਤਾਬਕ ਇਹ ਖਬਰਾਂ ਆਈਆਂ ਸੀ ਕਿ 3 ਜੂਨ ਨੂੰ ਜਿਸ ਵੇਲੇ ਸ਼ਾਮ ਨੂੰ ਕਰਫਿਊ ਦੇ ਵਿੱਚ ਢਿੱਲ ਦਿੱਤੀ ਗਈ ਤਾਂ ਉਸ ਵੇਲੇ ਅਕਾਲ ਤਖਤ ਸਾਹਿਬ ਵਾਲੇ ਪਾਸਿਓਂ ਗਿਆਨੀ ਬਖਸ਼ੀਸ਼ ਸਿੰਘ ਦੇ ਮਕਾਨ ਦੇ ਵਿੱਚੋਂ ਦੀ ਕੁਝ ਸੰਤ ਜਰਨੈਲ ਸਿੰਘ ਹੁਣਾਂ ਦੇ ਨਜ਼ਦੀਕੀ ਸਾਥੀ ਜਿਹੜੇ ਸੀ ਉਹ ਬਾਹਰ ਨਿਕਲ ਚੁੱਕੇ ਸੀ। ਸੋ ਇਹ ਤਕਰੀਬਨ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਕੁਝ ਸਿੱਖ ਜਿਹੜੇ ਸੀਗੇ ਸੰਤ ਜਰਨੈਲ ਸਿੰਘ ਹੁਣਾਂ ਦੇ ਨਜ਼ਦੀਕੀ ਜਾਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਨਾਲ ਸੰਬੰਧਿਤ ਸਿੱਖ ਉਹ ਉਸ ਇਲਾਕੇ ਦੇ ਰਾਹੀਂ ਬਾਹਰ ਨਿਕਲੇ ਸਨ, ਜਿਹੜੇ ਬਾਅਦ ਦੇ ਵਿੱਚ 1984 ਤੋਂ ਬਾਅਦ ਜਿਨ੍ਹਾਂ ਨੇ ਸੰਘਰਸ਼ ਦੀ ਅਗਵਾਈ ਕੀਤੀ। ਸੋ ਇਸੇ ਤਰ੍ਹਾਂ ਉੱਤਰ ਵਾਲੇ ਪਾਸੇ ਜਿਸ ਪਾਸੇ 10 ਗਾਰਡਸ ਨੇ ਜਿੱਧਰੋਂ ਦਾਖਲ ਹੋਣਾ ਸੀ, ਉਸ ਪਾਸੇ ਨੁੱਕਰ ਦੇ ਵਿੱਚ ਜਿਹੜਾ ਅਕਾਲ ਰੈਸਟ ਹਾਊਸ ਹੈ, ਅਕਾਲ ਰੈਸਟ ਹਾਊਸ ਦੇ ਉੱਪਰ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਨਾਲ ਸੰਬੰਧਿਤ ਬੀਬੀਆਂ ਬੀਬੀ ਉਪਕਾਰ ਕੌਰ ਔਰ ਬੀਬੀ ਪਰਮਜੀਤ ਕੌਰ ਸਨ। ਜਿੱਥੇ ਅੱਜ ਜੋੜਾ ਘਰ ਹੈ ਉਸ ਜਗ੍ਹਾ ਦੇ ਉੱਪਰ ਹੋਟਲ ਟੈਂਪਲ ਵੀ ਹੋਇਆ ਕਰਦਾ ਸੀ। ਬੇਸ਼ੱਕ ਇਹ ਮੋਰਚਾ ਬਹੁਤ ਛੋਟਾ ਸੀ, ਫੌਜ ਦੀਆਂ ਨਜ਼ਰਾਂ ਦੇ ਵਿੱਚ ਇਸ ਮੋਰਚੇ ਦੀ ਇੰਨੀ ਅਹਿਮੀਅਤ ਨਹੀਂ ਸੀ। ਇਸ ਮੋਰਚੇ ਦੇ ਉੱਪਰ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਨਾਲ ਸੰਬੰਧਿਤ ਤੇ ਦੰਦਮੀ ਟਕਸਾਲ ਦੇ ਨਾਲ ਸੰਬੰਧਿਤ ਨੌਜਵਾਨ ਸਨ। ਬੇਸ਼ੱਕ ਕਿ ਕੁਲਦੀਪ ਬਰਾੜ ਖੁਦ ਲਿਖਦਾ ਹੈ ਕਿ ਇਸ ਮੋਰਚੇ ਦੀ ਸਾਨੂੰ ਇੰਨੀ ਅਹਿਮੀਅਤ ਨਹੀਂ ਸੀ ਲੱਗਦੀ, ਪਰ ਜਿਸ ਤਰੀਕੇ ਦੇ ਨਾਲ ਇਸ ਪਾਸਿਓਂ ਜਦੋਂ 10 ਗਾਰਡਸ ਨੇ ਇਸ ਪਾਸਿਓਂ ਦਾਖਲ ਹੋਣ ਦੇ ਵਾਸਤੇ ਆਪਣੇ ਕਦਮ ਵਧਾਏ ਜਾਂ ਫਿਰ ਇਸ ਪਾਸੇ ਤੋਂ ਅਗਲੇ ਪਾਸੇ ਨੂੰ ਆਉਣ ਦੇ ਵਾਸਤੇ ਪੂਰਬ ਵਾਲੇ ਪਾਸੇ ਨੂੰ ਆਉਣ ਵਾਸਤੇ 26 ਮਦਰਾਸ ਟੈਂਕਾਂ ਦੇ ਨਾਲ ਦਾਖਲ ਹੋਈ ਤੇ ਜਿਸ ਤਰ੍ਹਾਂ ਦੇ ਨਾਲ ਇਸ ਮੋਰਚੇ ਦੇ ਵਿੱਚੋਂ ਮੁਕਾਬਲਾ ਕੀਤਾ ਗਿਆ ਉਹ ਵੀ ਬੜਾ ਅਹਿਮ ਸੀ। ਸੋ 3 ਜੂਨ ਦੀ ਰਾਤ ਨੂੰ ਬੇਸ਼ੱਕ ਥੋੜੀ ਰੁਕ ਕੇ ਫਾਇਰਿੰਗ ਹੁੰਦੀ ਰਹੀ, ਜਿਸ ਦਾ ਨਿਸ਼ਾਨਾ ਖਾੜਕੂਆਂ ਦੇ ਮੋਰਚਿਆਂ ਦੀ ਔਰ ਹਥਿਆਰਾਂ ਦੀ ਨਿਸ਼ਾਨਦੇਹੀ ਕਰਨਾ ਸੀ। ਪਰ ਜਨਰਲ ਸ਼ਬੇਕ ਸਿੰਘ ਦੀਆਂ ਹਦਾਇਤਾਂ ਦੇ ਉੱਪਰ ਸਿੱਖਾਂ ਨੇ ਜਾਂ ਅੰਦਰਲੇ ਸੂਰਮਿਆਂ ਨੇ ਹਰ ਪਾਸੇ ਤੋਂ ਬਹੁਤ ਹੀ ਰਣਨੀਤੀ ਦੇ ਨਾਲ ਉਸ ਦਾ ਜਵਾਬ ਦਿੱਤਾ ਔਰ 4 ਜੂਨ ਨੂੰ ਸਵੇਰੇ 4:30 ਵਜੇ ਜਦੋਂ ਦਿਨ ਦਾ ਚੜ੍ਹਾਅ ਹੋਇਆ, ਉਸ ਵੇਲੇ ਫੌਜ ਦੇ ਵੱਲੋਂ ਮਾਰਟਰਾਂ ਦੇ ਨਾਲ ਤੇ ਹਲਕੀਆਂ ਮਸ਼ੀਨ ਗੱਲਾਂ ਦੇ ਨਾਲ ਇੱਕਦਮ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਫਾਇਰਿੰਗ ਕਰਨੀ ਆਰੰਭ ਕਰ ਦਿੱਤੀ ਔਰ ਸਿੰਘਾਂ ਨੇ ਇਸ ਦਾ ਬਖੂਬੀ ਜਵਾਬ ਦੇਣਾ ਸ਼ੁਰੂ ਕਰ ਦਿੱਤਾ। ਜਿਸ ਤਰ੍ਹਾਂ ਕਿ ਪਹਿਲਾਂ ਦੱਸਿਆ ਜਾ ਚੁੱਕਾ ਹੈ ਕਿ 3 ਜੂਨ ਤੋਂ ਸਾਰੇ ਪੰਜਾਬ ਦੇ ਵਿੱਚ ਬੜਾ ਸਖਤ ਕਰਫਿਊ ਲਾਗੂ ਸੀ ਔਰ 4 ਜੂਨ ਨੂੰ ਸਵੇਰ ਦੇ 4:30 ਵਜੇ ਅਕਾਲ ਤਖਤ ਸਾਹਿਬ ਦੀ ਬਿਲਡਿੰਗ ਦੇ ਉੱਪਰ ਇੱਕ ਵੱਡਾ ਧਮਾਕਾ ਹੋਇਆ। ਇਸ ਧਮਾਕੇ ਦਾ ਕਾਰਨ ਕੀ ਸੀ, ਇਸ ਦੇ ਵਾਸਤੇ ਸਾਨੂੰ 3 ਜੂਨ ਦੇ ਦਿਨ ਦੀ ਦੁਬਾਰਾ ਪੜਚੋਲ ਕਰਨ ਦੀ ਜ਼ਰੂਰਤ ਹੈ। ਪੰਜਾਬ ਦੀਆਂ ਸਾਰੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਜਾ ਚੁੱਕੀਆਂ ਸੀ ਔਰ 3 ਜੂਨ ਨੂੰ ਹਰਮੰਦਰ ਸਾਹਿਬ ਕੰਪਲੈਕਸ ਦੇ ਨੇੜੇ ਹੀ ਇੱਕ ਬਹੁਤ ਉੱਚੀ ਇਮਾਰਤ ਦੇ ਉੱਪਰ ਫੌਜ ਦੇ ਵੱਲੋਂ ਆਪਣਾ ਇੱਕ ਹੈੱਡਕੁਆਟਰ ਸਥਾਪਿਤ ਕੀਤਾ ਜਾ ਚੁੱਕਾ ਸੀ ਔਰ ਇਸ ਸਾਰੀ ਮੁਹਿੰਮ ਦਾ ਮੁਖੀ ਕੁਲਦੀਪ ਬਰਾੜ ਉਸ ਹੈੱਡਕੁਆਟਰ ਤੋਂ ਸਾਰੇ ਹਮਲੇ ਦੀ ਕਾਰਵਾਈ ਦਾ ਨਿਯੰਤਰਣ ਕਰ ਰਿਹਾ ਸੀ। 3 ਜੂਨ ਨੂੰ ਹੀ ਖੁਫੀਆ ਵਿਭਾਗ ਦੇ ਵੱਲੋਂ ਔਰ ਫੌਜ ਦੇ ਆਪਣੇ ਖੁਫੀਆ ਵਿੰਗ ਦੇ ਵੱਲੋਂ ਇਹ ਜਾਣਕਾਰੀ ਪਹੁੰਚ ਚੁੱਕੀ ਸੀ ਕਿ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਅਕਾਲ ਤਖਤ ਸਾਹਿਬ ਦੇ ਨੇੜੇ ਦੀ ਇਮਾਰਤ ਦੇ ਵਿੱਚ ਹਨ, ਜਿਸ ਦੇ ਬਾਰੇ ਪਹਿਲਾਂ ਵੀ ਜ਼ਿਕਰ ਕੀਤਾ ਜਾ ਚੁੱਕਾ ਹੈ ਕਿ ਕੈਪਟਨ ਜਸਬੀਰ ਰੈਣਾ ਇੱਕ ਸ਼ਰਧਾਲੂ ਦੇ ਰੂਪ ਦੇ ਵਿੱਚ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਗਿਆ ਔਰ ਸਾਰੀ ਜਾਣਕਾਰੀ ਲਿਆ ਕੇ ਉਸ ਨੇ ਆਪਣੇ ਫੌਜੀ ਹੈੱਡਕੁਆਟਰ ਦੇ ਵਿੱਚ ਦਿੱਤੀ। ਉਸ ਵੇਲੇ ਭਾਰਤੀ ਫੌਜ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਜੇਕਰ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ ਸਥਿਤੀ ਦੀ ਸ਼ਨਾਖਤ ਕਰਕੇ ਜਿਸ ਜਗ੍ਹਾ ਦੇ ਉੱਪਰ ਉਹਨਾਂ ਦਾ ਨਿਵਾਸ ਹੈ, ਜੇਕਰ ਉਸ ਜਗ੍ਹਾ ਦੇ ਉੱਪਰ ਗੋਲਾ ਦਾਗਿਆ ਜਾਵੇ ਤਾਂ ਜਰਨੈਲ ਦੀ ਇਸ ਅਚਨਚੇਤੀ ਮੌਤ ਦੇ ਨਾਲ ਜਾਂ ਫਿਰ ਉਹਨਾਂ ਦੇ ਨਜ਼ਦੀਕੀ ਸਾਥੀਆਂ ਦੇ ਖਾਤਮੇ ਦੇ ਨਾਲ ਬਾਕੀ ਜਿਹੜੇ
ਲੜਨ ਵਾਲੇ ਖਾੜਕੂ ਨੇ ਉਹਨਾਂ ਦਾ ਮਨੋਬਲ ਡਿੱਗ ਜਾਵੇਗਾ। ਸੋ ਜਿਸ ਵੇਲੇ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਪ੍ਰਕਾਸ਼ ਕਰਨ ਤੋਂ ਬਾਅਦ ਸਾਰੇ ਸਿੰਘ ਜਿਹੜੇ ਸੰਤ ਜਰਨੈਲ ਸਿੰਘ ਦੇ ਨਜ਼ਦੀਕੀ ਸਨ, ਕੁਝ ਸਰੋਤਾਂ ਦੇ ਮੁਤਾਬਕ ਜਨਰਲ ਸ਼ਬੇਕ ਸਿੰਘ ਹੋਰੀ ਵੀ ਪਾਲਕੀ ਨੂੰ ਮੋਢਾ ਦੇ ਕੇ ਪ੍ਰਕਾਸ਼ ਦੇ ਸਮੇਂ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਲੈ ਕੇ ਗਏ। ਔਰ ਉਸ ਤੋਂ ਬਾਅਦ ਜਿਸ ਵੇਲੇ ਉਹ ਅੰਮ੍ਰਿਤ ਵੇਲੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਹੋਰਾਂ ਦੇ ਕੋਲ ਬੈਠੇ ਸਨ ਅਤੇ ਵਿਚਾਰਾਂ ਚੱਲ ਰਹੀਆਂ ਸਨ, ਉਸੇ ਵੇਲੇ ਹੀ ਇਹ ਜਿਹੜਾ ਧਮਾਕਾ ਸੀ ਅਕਾਲ ਤਖਤ ਸਾਹਿਬ ਦੀ ਬਿਲਡਿੰਗ ਦੇ ਉੱਪਰ ਹੋਇਆ। ਭਾਵ ਕਿ ਸਵੇਰੇ 4:30 ਵਜੇ ਅਕਾਲ ਤਖਤ ਸਾਹਿਬ ਦੀ ਬਿਲਡਿੰਗ ਦੇ ਉੱਪਰ ਇਹ ਜਿਹੜਾ ਸੀ ਬੰਬ ਆ ਕੇ ਡਿੱਗਿਆ। ਇਸ ਘਟਨਾ ਤੋਂ ਬਾਅਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਅਤੇ ਉਹਨਾਂ ਦੇ ਸਾਥੀ, ਜਿਨ੍ਹਾਂ ਦੇ ਵਿੱਚ ਭਾਈ ਅਮਰੀਕ ਸਿੰਘ ਔਰ ਜਨਰਲ ਸ਼ਬੇਕ ਸਿੰਘ ਹੋਰੀ ਵੀ ਸਨ, ਇਹ ਸਾਰੇ ਉੱਪਰਲੀ ਮੰਜ਼ਿਲ ਤੋਂ ਅਕਾਲ ਤਖਤ ਸਾਹਿਬ ਦੀ ਹੇਠਲੀ ਮੰਜ਼ਿਲ ਦੇ ਵਿੱਚ ਆ ਗਏ ਤੇ ਉੱਥੇ ਆ ਕੇ ਅਗਲੀ ਯੁੱਧ ਨੀਤੀ ਦੀਆਂ ਵਿਚਾਰਾਂ ਸ਼ੁਰੂ ਕੀਤੀਆਂ। ਜ਼ਿਕਰਯੋਗ ਹੈ ਕਿ 4 ਜੂਨ ਦਾ ਦਿਨ ਚੜ੍ਹਦਾ ਜਾ ਰਿਹਾ ਸੀ। ਦਿਨ ਦੇ ਚੜ੍ਹਾਅ ਦੇ ਨਾਲ ਹੀ ਆਸੇ-ਪਾਸੇ ਤੋਂ ਜਿਹੜੀਆਂ ਫੌਜ ਦੇ ਵੱਲੋਂ ਚੌਕੀਆਂ ਤੈਨਾਤ ਕੀਤੀਆਂ ਗਈਆਂ ਸੀ ਔਰ ਜਿਹੜੇ CRP ਔਰ BSF ਦੇ ਵੱਲੋਂ ਪਹਿਲਾਂ ਮੋਰਚੇ ਬਣਾਏ ਹੋਏ ਸੀ, ਜਿਨ੍ਹਾਂ ਦੇ ਵਿੱਚ ਹੁਣ ਫੌਜ ਤੈਨਾਤ ਹੋ ਚੁੱਕੀ ਸੀ, ਉਹਨਾਂ ਦੇ ਵੱਲੋਂ ਵੀ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ। ਭਾਵੇਂ ਕਿ ਦਰਬਾਰ ਸਾਹਿਬ ਪਰਿਸਰ ਦੇ ਵਿੱਚ ਜਿੰਨੇ ਵੀ ਮੋਰਚੇ ਜਨਰਲ ਸ਼ਬੇਕ ਸਿੰਘ ਦੀ ਅਗਵਾਈ ਦੇ ਵਿੱਚ ਕਾਇਮ ਕੀਤੇ ਗਏ ਸਨ, ਉਹਨਾਂ ਮੋਰਚਿਆਂ ਦੇ ਵਿੱਚੋਂ ਇਸ ਗੋਲਾਬਾਰੀ ਦਾ ਬਹੁਤਾ ਜਵਾਬ ਨਹੀਂ ਦਿੱਤਾ ਗਿਆ ਕਿ ਮੋਰਚਾਬੰਦੀ ਦੀ ਸਥਿਤੀ ਅਤੇ ਹਥਿਆਰਾਂ ਦੀ ਕਿਸਮ ਦੀ ਸ਼ਨਾਖਤ ਨਾ ਹੋਵੇ। ਪਰ ਜਿਹੜੇ ਮੋਰਚੇ ਬਾਬਾ ਅਟਲ, ਗੁਰੂ ਨਾਨਕ ਨਿਵਾਸ, ਤੇਜਾ ਸਿੰਘ ਸਮੁੰਦਰੀ ਹਾਲ ਔਰ ਗੁਰੂ ਰਾਮਦਾਸ ਸਰਾਂ ਦੇ ਉੱਪਰ ਸਨ, ਜਿਨ੍ਹਾਂ ਦੇ ਉੱਪਰ ਬੱਬਰ ਖਾਲਸਾ ਔਰ ਅਕਾਲ ਫੈਡਰੇਸ਼ਨ ਦੇ ਸਿੰਘ ਤਾਇਨਾਤ ਸਨ, ਉਹਨਾਂ ਨੇ ਫੌਜ ਦੇ ਵੱਲੋਂ ਕੀਤੀ ਜਾਂਦੀ ਗੋਲਾਬਾਰੀ ਦਾ ਜਵਾਬ ਜਿਹੜਾ ਸੀ ਉਹ ਜਾਰੀ ਰੱਖਿਆ। ਸੋ 4 ਜੂਨ ਦਾ ਦਿਨ ਚੜ੍ਹਦਿਆਂ ਜਿੱਥੇ ਅਕਾਲ ਤਖਤ ਸਾਹਿਬ ਦੇ ਉੱਪਰ ਇੱਕ ਵੱਡਾ ਬੰਬ ਸੁੱਟਿਆ ਗਿਆ, ਉਸ ਦੇ ਨਾਲ ਹੀ ਆਸੇ-ਪਾਸੇ ਤੋਂ ਫਾਇਰਿੰਗ ਵੀ ਹੁੰਦੀ ਰਹੀ। ਪਿੰਡਾਂ ਦੇ ਵਿੱਚ ਇਹ ਖਬਰਾਂ ਪਹੁੰਚ ਗਈਆਂ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਭਾਰਤੀ ਫੌਜ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਹੈ। ਸੋ ਫੌਜੀ ਸੂਤਰਾਂ ਦੇ ਮੁਤਾਬਕ ਸਭ ਤੋਂ ਵੱਡੀ ਸਮੱਸਿਆ ਇਹ ਸੀ ਕਿ ਜੇਕਰ ਪਿੰਡਾਂ ਦੇ ਵਿੱਚੋਂ ਲੋਕਾਂ ਨੇ ਜਥਿਆਂ ਦੇ ਰੂਪ ਦੇ ਵਿੱਚ ਅੰਮ੍ਰਿਤਸਰ ਵੱਲ ਨੂੰ ਚਾਲੇ ਪਾ ਲਏ ਤਾਂ ਫਿਰ ਇਸ ਕਾਰਵਾਈ ਦੇ ਉੱਪਰ ਕਾਬੂ ਪਾਉਣਾ ਬਹੁਤ ਔਖਾ ਹੋ ਜਾਵੇਗਾ। ਸੋ ਇਸ ਕਰਕੇ ਜਿੱਥੇ ਪੰਜਾਬ ਦੀਆਂ ਸਾਰੀਆਂ ਹੱਦਾਂ ਸੀਲ ਕੀਤੀਆਂ ਗਈਆਂ ਸਨ, ਉੱਥੇ ਨਾਲ ਹੀ ਫੌਜੀ ਹੈਲੀਕਾਪਟਰ ਸਾਰੇ ਪੰਜਾਬ ਦੇ ਉੱਪਰ ਚੱਕਰ ਲਾ ਰਹੇ ਸਨ ਔਰ ਨਿਸ਼ਾਨਦੇਹੀ ਕਰ ਰਹੇ ਸਨ ਕਿ ਪਿੰਡਾਂ ਦੇ ਵਿੱਚੋਂ ਜਿਹੜੇ ਜਥੇ ਨੇ ਉਹ ਕਿਤੇ ਹਰਿਮੰਦਰ ਸਾਹਿਬ ਵੱਲ ਨੂੰ ਨਾ ਪਹੁੰਚ ਜਾਣ, ਤੇ ਜਿੱਥੇ ਲੱਗਦਾ ਸੀ ਕਿ ਲੋਕਾਂ ਦੀ ਭੀੜ ਅੰਮ੍ਰਿਤਸਰ ਨੂੰ ਪਹੁੰਚਣ ਵਾਸਤੇ ਤੁਰ ਰਹੀ ਹੈ ਜਾਂ ਮਾਰਚ ਕਰ ਰਹੀ ਹੈ, ਉਸ ਜਗ੍ਹਾ ਦੇ ਉੱਪਰ ਫੌਜ ਦੇ ਵੱਲੋਂ ਗੱਡੀਆਂ ਲਾ ਕੇ ਰੋਕ ਦਿੱਤਾ ਜਾਂਦਾ ਸੀ। ਅੰਮ੍ਰਿਤਸਰ ਸ਼ਹਿਰ ਜਿਹੜਾ ਪੂਰੀ ਤਰ੍ਹਾਂ ਦੇ ਨਾਲ ਸੀਲ ਕੀਤਾ ਹੋਇਆ ਸੀ। ਹਰਬੀਰ ਸਿੰਘ ਪੰਵਰ ਆਪਣੀ ਕਿਤਾਬ ਡਾਇਰੀ ਦੇ ਪੰਨੇ ਦੇ ਵਿੱਚ ਇੱਥੋਂ ਤੱਕ ਵੀ ਜ਼ਿਕਰ ਕਰਦੇ ਨੇ ਕਿ ਇੰਨੇ ਸਖਤ ਪ੍ਰਬੰਧ ਕਰ ਦਿੱਤੇ ਗਏ ਸਨ ਕਿ ਮੈਨੂੰ ਕੁਝ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਕਿ ਸ਼ਹਿਰ ਦੇ ਵਿੱਚ ਜੇ ਕੁਝ ਦੁੱਧ ਦੀ ਵੀ ਦੁੱਧ ਦੇਣ ਵਾਸਤੇ ਆਏ ਤੇ ਫੌਜ ਦੇ ਵੱਲੋਂ ਉਹ ਵੀ ਗੋਲੀਆਂ ਮਾਰ ਕੇ ਕਤਲ ਕਰ ਦਿੱਤੇ ਗਏ। ਇਸ ਦਾ ਜ਼ਿਕਰ ਹਰਬੀਰ ਸਿੰਘ ਪੰਵਰ ਨੇ ਆਪਣੀ ਕਿਤਾਬ ਦੇ ਵਿੱਚ ਕੀਤਾ ਹੈ। ਸੋ ਦਰਬਾਰ ਸਾਹਿਬ ਦੇ ਬਾਹਰ ਇੱਕ ਉੱਚੀ ਇਮਾਰਤ ਦੇ ਵਿੱਚੋਂ ਫੌਜੀ ਜਰਨੈਲ ਕੁਲਦੀਪ ਬਰਾੜ ਇਸ ਸਾਰੀ ਕਾਰਵਾਈ ਦੀ ਅਗਵਾਈ ਕਰ ਰਿਹਾ ਸੀ। ਦੂਜੇ ਪਾਸੇ ਜਦੋਂ ਸਵੇਰੇ ਅਕਾਲ ਤਖਤ ਸਾਹਿਬ ਦੇ ਉੱਪਰ ਹਮਲਾ ਹੋਇਆ ਤਾਂ ਜਨਰਲ ਸ਼ਬੇਕ ਸਿੰਘ ਹੁਣਾਂ ਨੇ ਨਵੀਂ ਮੋਰਚਾਬੰਦੀ ਨਵੀਂ ਤਰਤੀਬ ਅਨੁਸਾਰ ਕੀਤੀ ਔਰ ਉਹਨਾਂ ਨੂੰ ਪਤਾ ਲੱਗ ਗਿਆ ਕਿ ਫੌਜ ਦੇ ਵੱਲੋਂ ਕਿਸ ਤਰ੍ਹਾਂ ਦੇ ਹਥਿਆਰਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਸੋ ਮੌਕੇ ਦੇ ਉੱਪਰ
ਕੁਝ ਨਵੇਂ ਮੋਰਚੇ ਵੀ ਤਿਆਰ ਕੀਤੇ ਗਏ। ਸਾਰੇ ਸਿੰਘਾਂ ਨੂੰ ਮੋਰਚਿਆਂ ਦੇ ਵਿੱਚ ਤੈਨਾਤ ਕੀਤਾ ਗਿਆ ਔਰ ਭਾਈ ਸੁਜਾਨ ਸਿੰਘ ਮਨਾਵਾ ਹੁਣਾਂ ਦੀ ਇਹ ਵਿਸ਼ੇਸ਼ ਡਿਊਟੀ ਲਗਾਈ ਗਈ ਕਿ ਮੋਰਚੇ ਔਰ ਮੋਰਚਿਆਂ ਦੀ ਸਥਿਤੀ ਦੇ ਮੁਤਾਬਕ ਵੱਖ-ਵੱਖ ਮੋਰਚਿਆਂ ਦੇ ਵਿੱਚ ਸਿੰਘਾਂ ਨੂੰ ਜਿਹੜੇ ਨੇ ਉਹ ਹਥਿਆਰ ਦਿੱਤੇ ਜਾਣ। ਪਰ ਨਾਲ ਹੀ ਇਹ ਵੀ ਗੱਲ ਕਹੀ ਗਈ ਕਿ ਜਿੰਨਾ ਚਿਰ ਤੱਕ ਭਾਰਤੀ ਫੌਜ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਪੈਰ ਨਹੀਂ ਧਰਦੀ, ਉਨਾ ਚਿਰ ਤੱਕ ਕਿਸੇ ਗੋਲਾਬਾਰੀ ਦਾ ਜਵਾਬ ਨਾ ਦਿੱਤਾ ਜਾਵੇ। ਫੌਜ ਦੇ ਮੁਕਾਬਲੇ ਹਥਿਆਰ ਬਹੁਤ ਥੋੜੇ ਔਰ ਬਹੁਤ ਛੋਟੇ ਹਨ, ਇਸ ਕਰਕੇ ਇੱਕ ਗੋਲੀ ਜਿਹੜੀ ਹੈ ਉਹ ਅਜਾਈ ਨਾ ਜਾਵੇ, ਉਸ ਦੀ ਕੀਮਤ ਨੂੰ ਸਮਝਿਆ ਜਾਵੇ। ਸੋ ਇਹ ਸਾਰੀਆਂ ਹਦਾਇਤਾਂ ਜਿਹੜੀਆਂ ਸੀ ਅੰਦਰ ਲੜਨ ਵਾਲੇ ਸਿੰਘਾਂ ਨੂੰ ਜਾਰੀ ਕਰ ਦਿੱਤੀਆਂ ਗਈਆਂ। ਪੰਜਾਬ ਦੇ ਪਿੰਡਾਂ ਦੇ ਵਿੱਚ ਇਹ ਖਬਰਾਂ ਆਮ ਫੈਲ ਚੁੱਕੀਆਂ ਸਨ। ਹਰਮੰਦਰ ਸਾਹਿਬ ਪਰਿਸਰ ਦੇ ਉੱਪਰ ਵੀ ਜਾਇਜ਼ਾ ਲੈਣ ਦੇ ਵਾਸਤੇ, ਖਾਸ ਕਰਕੇ ਮੋਰਚਾਬੰਦੀ ਦੀ ਸ਼ਨਾਖਤ ਕਰਨ ਦੇ ਵਾਸਤੇ ਫੌਜ ਦੇ ਜਿਹੜੇ ਹੈਲੀਕਾਪਟਰ ਸਨ ਉਹ ਵੀ ਚੱਕਰ ਲਗਾ ਰਹੇ ਸਨ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਅਤੇ ਜਨਰਲ ਸ਼ਬੀਕ ਸਿੰਘ ਹੁਣਾਂ ਨੇ ਫੌਜ ਦੀ ਇਸ ਕਾਰਵਾਈ ਤੋਂ ਇਹ ਅੰਦਾਜ਼ਾ ਲਗਾ ਰਿਹਾ ਸੀ ਕਿ ਫੌਜ ਕਿਸ ਤਰ੍ਹਾਂ ਦੀ ਕਾਰਵਾਈ ਕਰੇਗੀ, ਫੌਜੀ ਕਾਰਵਾਈ ਦੀ ਰੂਪਰੇਖਾ ਕੀ ਹੋਵੇਗੀ, ਤੇ ਫੌਜ ਨੇ ਜੇਕਰ ਆਪਣੇ ਹਮਲੇ ਦਾ ਮੁੱਖ ਕੇਂਦਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਮੰਨਿਆ ਹੈ ਤਾਂ ਅਕਾਲ ਤਖਤ ਸਾਹਿਬ ਤੱਕ ਪਹੁੰਚਣ ਵਾਸਤੇ ਸਾਨੂੰ ਕਿਸ ਤਰ੍ਹਾਂ ਦੀ ਮੋਰਚਾਬੰਦੀ ਕਰਨੀ ਪਵੇਗੀ ਕਿ ਜਿਹੜੀ ਫੌਜ ਹੈ ਉਹ ਬਹੁਤ ਸੌਖੇ ਤਰੀਕੇ ਦੇ ਨਾਲ ਜਾਂ ਸਹਿਜੇ ਹੀ ਅਕਾਲ ਤਖਤ ਸਾਹਿਬ ਤੱਕ ਨਾ ਪਹੁੰਚ ਸਕੇ, ਔਰ ਕਿਸ ਤਰ੍ਹਾਂ ਦੇ ਨਾਲ ਆਪਣੀ ਮੋਰਚਾਬੰਦੀ ਕੀਤੀ ਜਾਵੇ ਕਿ ਫੌਜੀਆਂ ਨੂੰ ਰੋਕਿਆ ਜਾ ਸਕੇ। ਸੋ ਇਸ ਦੇ ਵਾਸਤੇ ਜਨਰਲ ਸ਼ਬੀਕ ਸਿੰਘ ਹੁਣਾਂ ਨੇ ਨਵੀਂ ਮੋਰਚਾਬੰਦੀ ਵੀ ਤਿਆਰ ਕੀਤੀ ਔਰ ਜਿਹੜੇ ਪੁਰਾਣੇ ਮੋਰਚੇ ਸਨ ਉਹਨਾਂ ਦੇ ਵਿੱਚ ਵੀ ਸਿੰਘਾਂ ਨੂੰ ਸਾਰੀ ਰਣਨੀਤੀ ਔਰ ਯੁੱਧ ਨੀਤੀ ਨੂੰ ਸਮਝਾਇਆ।